महला चौथा। एक ओंकार सतगुर प्रसाद। श्लोक महला चौथा। हाँ जी, थोड़ा असी उच्चारण वाल ध्यान रखना जी। असी जिहड़ा पाठ कर रहे हैं उहदे च उच्चारण मुढ़ला ही जिहड़ा असी महला करिए। गौड़ी की वार महला चौथा। एक ओंकार सत गुर प्रसाद। श्लोक महला चौथा। श्लोक महला चौथा। सतगुर उठ दयाल है, जिसनू समत सब होए। देख दृष्ट कर देखदा, मन भावनी ते सिद्ध होए। सतगुर विच अमृत है, हर उत्तम हर पद सोए। नानक किरपा ते हर ध्याइए, गुरमुख पावे कोय। महला चौथा। होमे माया सब विद है, विद जग तोटा संसार। लाहा हर तन खटिया, गुरमुख शब्द विचार। होमे मैल विद उतरै, हर अमृत हर गुर धार। सब कारज तिनके सिद्ध है, जिन गुरमुख कृपा धार। नानक जो तुर मिले से मिल रहे, हर मेले सिरजनहार। पौड़ी। तू सच्चा साहिब सच है, सच सच्चा गोसाई। तुदनू सब ध्याएंगे, सब लगे तेरी पाई। तेरी सिफत सवालियो, तेरी सिफत सवालियो स्वरूप है। जिन कीती तिस पार लगाई, गुरमुखां नू फल पाएगा, सच नाम समाई। वड्डे मेरे साहिबा, वड्डी तेरी वडियाई। श्लोक महला चौथा। इस वार दियां जो ये गुरु रामदास जी की उच्चारण की हुई है, इस वार दियां कुल 33 पौड़ियां जी। इन्हां 33 पौड़ियां दे विच 5 पौड़ियां इस गुरु रामदास जी की वार दे विच 5 पौड़ियां गुरु अर्जन साहब जी दियां भी संपादित होईयां ने। जदों आपां पाठ करते जावांगे दर्शन करांगे। पौड़ी नंबर 27, 28, 29, 30 ते 31 ये 5 पौड़ियां गुरु अर्जन साहब जी दियां इस वार विच, इस वार दी कह लो कि होर व्याख्या लई गुरु अर्जन साहब जी ने आप ऐड कीतियां होईयां। कुल 33 पौड़ियां। 33 पौड़ियां विचों 5 पौड़ियां गुरु अर्जन साहब जी दियां भी इहदे च संपादित ने। 27 नंबर, 28 नंबर, 29 नंबर, 30 नंबर ते 31 नंबर। हाँ जी। श्लोक महला चौथा। बिन नामे हो सलाहना, सब बोलन फिका साध। मनमुख अहंकार सलाहिबे, होमे ममता बाद। मनमुख अहंकार सलाहंदे। मनमुख अहंकार सलाहिबे। नहीं, सियारी हाहे नूं नहीं है जी। सलाहिबे ना, अहंकार सलाहंदे। मनमुख अहंकार सलाहिबे, होमे ममता बाद। जिन सलाहन से मरे, खप जावे सब अपवाद। जिन सलाहन से मरे खाप। ਇਹਦਾ ਵਿਸ਼ਰਾਮ ਇੱਥੇ ਆਏਗਾ ਜੀ। जिन सलाहन से मरे खप, जावे सब अपवाद। जन नानक गुरमुख उबरे, जप हर हर परमानाद। महला चौथा। सतगुर हर प्रभु दस नाम। सतगुर हर प्रभु दस नाम ध्याई।
ਸਤਿਗੁਰ ਹਰਿ ਪ੍ਰਭ ਦਾਸ ਨਾਮ ਧਿਆਈ ਮਨ ਹਰੀ। ਹਾਂ, ਸਤਿਗੁਰ ਨੂੰ ਜੇ ਅਸੀਂ ਸੰਬੋਧਨ ਕਰ ਲਈਏ ਤਾਂ ਹੋਰ ਸਪਸ਼ਟ ਹੋ ਜਾਏਗਾ। ਸਤਿਗੁਰ ਹਰਿ ਪ੍ਰਭ ਦਾਸ। ਹੇ ਸਤਿਗੁਰੂ ਜੀ, ਅਕਾਲ ਪੁਰਖ ਜੀ ਬਾਰੇ ਦੱਸੋ। ਨਾਮ ਧਿਆਈ ਮਨ ਹਰੀ। ਹਾਂਜੀ, ਸਤਿਗੁਰ ਹਰਿ ਪ੍ਰਭ ਦਾਸ ਨਾਮ ਧਿਆਈ ਮਨ ਹਰੀ। ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁਖ ਪਰ ਹਰੀ। ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁਖ ਪਰ ਹਰੀ। ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁਖ ਪਰ ਹਰੀ। ਪੌੜੀ ਤੂੰ ਆਪੇ ਆਪ ਨਿਰੰਕਾਰ ਹੈ, ਨਿਰੰਜਨ ਹਰਿ ਰਾਇਆ। ਜਿਨੀ ਤੂੰ ਇੱਕ ਮਨ ਸੱਚ ਧਿਆਇਆ, ਤਿਨਾ ਦਾ ਸਭ ਦੁੱਖ ਗਵਾਇਆ। ਤਿਨ ਕਾ ਸਭ ਦੁੱਖ ਗਵਾਇਆ। ਜਿਨੀ ਤੂੰ ਇੱਕ ਮਨ ਸੱਚ ਧਿਆਇਆ, ਤਿਨ ਕਾ ਸਭ ਦੁੱਖ ਗਵਾਇਆ। ਤੇਰਾ ਸ਼ਰੀਕ ਕੋ ਨਾਹੀ, ਜਿਸਨੂੰ ਲਵੇਂ ਲਾਇ ਸੁਣਾਇਆ। ਤੁਧ ਜੇ ਵਡਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰੇ ਮਨ ਪਾਇਆ। ਤੂੰ ਹੈ ਸੱਚ। ਤੁਧ ਜੇ ਵਡਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰੇ ਮਨ ਪਾਇਆ। ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ। ਸਰੋਗ ਮਹਿਲਾ ਚੌਥਾ ਮਨ ਅੰਤਰ ਹੋਮੈ ਰੋਗ ਹੈ। ਭ੍ਰਮ ਭੁਲੇ ਮਨ ਮੁਖ ਦੁਰਜਨਾ, ਨਾਨਕ ਰੋਗ ਗਵਾਈ ਮਿਲ ਸਤਿਗੁਰੂ ਸਾਧੂ ਸੱਜਣਾ। ਮਿਲ ਸਤਿਗੁਰ ਸਾਧੂ ਸੱਜਣਾ। ਨਾਨਕ ਰੋਗ ਗਵਾਏ ਮਿਲ ਸਤਿਗੁਰੂ ਸਾਧੂ ਸੱਜਣਾ। ਮਹਿਲਾ ਚੌਥਾ ਮਨ ਤਨ ਰਤਾ ਰੰਗ ਸਿਉ, ਗੁਰਮੁਖ ਹਰਿ ਗੁਣ ਤਾਸ। ਜਨ ਨਾਨਕ ਹਰਿ ਸ਼ਰਣਾਗਤੀ, ਹਰ ਮਿਲੇ ਗੁਰ ਸਾਬਾਸ। ਪੌੜੀ ਤੂੰ ਕਰਤਾ ਪੁਰਖ ਅਗੰਮ ਹੈ, ਕਿਸ ਨਾਲ ਤੂੰ ਬੜੀਐ। ਤੁਧ ਜੇ ਬੜ ਹੋਏ ਸੋ ਆਖੀਐ, ਤੁਧ ਦੇਹਾ ਤੂੰ ਹੈ ਪੜੀਐ। ਤੂੰ ਘਟ ਘਟ ਇੱਕ ਵਰਤਦਾ, ਗੁਰਮੁਖ ਪਰਗੜੀਐ। ਤੂੰ ਸੱਚਾ ਸਵਸਤਾ ਖਸਮ ਹੈ, ਸਭ ਧੂਮ ਚੜੀਐ। ਤੂੰ ਕਰੇ ਸੋ ਸੱਚੇ ਹੋਏ ਸੀ, ਤੂੰ ਕਰੇ ਸੋ ਸੱਚੇ ਹੋਏ ਸੀ, ਤਾਂ ਕਾਇਤ ਕਰੀਐ। ਸ਼ਲੋਕ ਮਹਿਲਾ ਚੌਥਾ ਮੈਂ ਮਨ ਤਨ ਪ੍ਰੇਮ ਪਰਿਮੁਕਤਾ। ਮੈਂ ਮਨ ਤਨ ਪ੍ਰੇਮ ਪਿਰਮ ਕਾ। ਮੈਂ ਮਨ ਤਨ ਪ੍ਰੇਮ ਪਿਰਮ ਕਾ, ਅੱਠੇ ਪਹਿਰ ਲਗਨ। ਚੰਨ ਨਾਨਕ ਕਿਰਪਾ ਧਾਰ ਪ੍ਰਭ, ਸਤਿਗੁਰ ਸੁਖ ਵਸਾਨਾ। ਮਹਿਲਾ ਚੌਥਾ ਜਿਨ ਅੰਦਰ ਪ੍ਰੀਤ ਪਿਰਮ ਕੀ, ਜਿਉ ਬੋਲਣ ਤਿਵੇਂ ਸੁਹਾਨਾ। ਨਾਨਕ ਹਰ ਆਪੇ ਜਾਣਦਾ, ਜਿਨ ਲਾਈ ਪ੍ਰੀਤ ਪਿਰਾਨਾ। ਪੌੜੀ ਤੂੰ ਕਰਤਾ ਆਪ ਅਭੁੱਲ ਹੈ, ਭੁੱਲਣ ਵਿੱਚ ਨਾਹੀ। ਤੂੰ ਕਰੇ ਸੋ ਸੱਚੇ ਭਲਾ ਹੈ, ਗੁਰ ਸ਼ਬਦ ਬੁਝਾਹੀ। ਹਾਂਜੀ, ਕੱਲ ਵੀ ਅਸੀਂ ਪਾਠ ਕਰਦੇ ਹਾਂ, ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਸੀ। ਉੱਥੇ ਵੀ ਪਾਠ ਮਾਝ ਕੀ ਵਾਰ ਆਪਾਂ ਨੂੰ ਇਦਾਂ ਹੀ ਮਿਲਿਆ ਸੀ ਕਿ ਅਕਾਲ ਪੁਰਖ ਜੀ ਭੁੱਲਦੇ ਨਹੀਂ, ਗਲਤੀ ਨਹੀਂ ਕਰਦੇ। ਪਰ ਨਾਲ ਸਤਿਗੁਰੂ ਨੇ ਬੜੇ ਜ਼ੋਰ ਦੇ ਕੇ ਗੱਲ ਕਹੀ ਸੀ, ਉਹ ਭੁਲਾਇਆ ਵੀ ਨਹੀਂ ਭੁੱਲਦਾ। ਅੱਜ ਦੇ ਇਸ ਪਾਠ ਵਿੱਚ ਕਿਉਂਕਿ ਵਾਰ ਗੁਰੂ ਰਾਮਦਾਸ ਜੀ ਦੀ ਆ, ਚੌਥੇ ਪਾਤਸ਼ਾਹ ਜੀ ਦੀ ਇਸ ਵਾਰ ਦੀ ਇਸ ਚੌਥੀ ਪੌੜੀ ਦੇ ਅੰਦਰ ਆਪ ਜੀ ਦਰਸ਼ਨ ਕਰ ਰਹੇ ਹੋ। ਤੂੰ ਕਰਤਾ ਆਪ ਅਭੁੱਲ ਹੈ, ਤੂੰ ਅਭੁੱਲ ਹੈ। ਫਿਰ ਕਹਿੰਦੇ ਭੁੱਲਣ ਵਿੱਚ ਨਹੀਂ, ਭੁੱਲਣ ਵਾਲੇ ਸਿਲਸਿਲੇ 'ਚ ਤੂੰ ਹੈ ਹੀ ਨਹੀਂ, ਉਹ ਭੁੱਲਦਾ ਹੀ ਨਹੀਂ, ਗਲਤੀ ਦੀ ਗੁੰਜਾਇਸ਼ ਹੈ ਹੀ ਨਹੀਂ। ਤਾਂ ਕਿੱਦਾਂ ਕਿਹਾ ਜਾ ਸਕਦਾ ਕਿ
ਉਹ ਭੁੱਲ ਜਾਂਦਾ ਆ, ਉਹਨੂੰ ਚੇਤਾ ਭੁੱਲ ਗਿਆ, ਗਲਤੀ ਹੋ ਗਈ, ਇਹ ਗੁੰਜਾਇਸ਼ ਹੈ ਹੀ ਨਹੀਂ। ਔਰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਇੱਕ ਵਾਰ ਨਹੀਂ ਬਹੁਤ ਵਾਰੀ ਇਸ ਵਿਚਾਰ ਨੂੰ ਦ੍ਰਿੜ ਕਰਾਇਆ ਗਿਆ ਔਰ ਵਾਰ-ਵਾਰ ਦ੍ਰਿੜ ਕਰਾਇਆ ਗਿਆ ਕਿ ਅਕਾਲ ਪੁਰਖ ਜੀ ਬਾਬਤ ਐਸਾ ਭੁਲੇਖਾ ਮਨ 'ਚ ਨਾ ਪਾਲ ਲੈਣਾ ਕਿ ਉਹ ਭੁੱਲ ਜਾਂਦਾ ਹੈ, ਉਹਨੂੰ ਚੇਤਾ ਭੁੱਲ ਗਿਆ ਜਾਂ ਕਿਤੇ ਰਹਿ ਗਿਆ, ਗਲਤੀ ਹੋ ਗਈ। ਇਹ ਭੁਲੇਖਾ ਮਨ 'ਚ ਕਦੇ ਨਹੀਂ ਰੱਖਣਾ, ਉਹ ਭੁੱਲਦਾ ਹੈ ਹੀ ਨਹੀਂ। ਤੋ ਇਹ ਵੀ ਨੋਟ 'ਚ ਰੱਖ ਲਿਓ, ਕੱਲ ਵੀ ਆਪਾਂ ਨੋਟ ਕੀਤਾ ਸੀ। पौड़ी तू करता आप भुल है भुलन विच नाही तू करे सो सच्चे भला है गुर शब्द गुजारी तू करन करन समर्थ है दूजा को नाही तू साहिब अगम दयाल है सब दुध दयाही सब जी तेरे तू सब सदा तू सब छड़ाई सलोक पहला चौथा सुन साजन प्रेम संदेसरा अखी तार लगन गुर तोठे सज्जन मिलया जन नानक सुख सवन पहला चौथा सतगुरु दाता दयाल है जिसनु दया सदा होए। सतगुर दाता दयाल है, नोट करियो जी, सतगुर दाता दयाल है। दयाल है चार अखर ने, चारे ही शब्द पूरे बोलीए असी। सतगुर दाता दयाल है, नाल देखियो जिस नो किन्ना चिर दया हुंदी जी? सदा। जिस नो दया सदा होए। सतगुरु दयाल कदी कदी नहीं, किते किते नहीं, ਜਾਂ ਸਾਹਮਣੇ ਆਉਣ ਵਾਲੇ ਕਿਸੇ ਵਿਅਕਤੀ ਨੂੰ ਵੇਖ ਕੇ ਨਹੀਂ ਕਿ ਇਹ ਆਇਆ ਚਲੋ ਦਇਆਲਤਾ ਹੋ ਗਈ, ਇਹ ਆਇਆ ਤੇ ਚਲੋ ਰਹਿਣ ਦਿਓ, ਨਹੀਂ। ਸਤਿਗੁਰੂ ਸਦਾ ਹੀ ਦਇਆਲ ਹੈ, ਸਦਾ ਹੀ। ਤਾਂ ਜਦੋਂ ਅਸੀਂ ਇਸ ਸ਼ਬਦ ਵੱਲ ਧਿਆਨ ਦਿੰਨੇ, ਸਦਾ, ਸਦਾ ਦਾ ਅਰਥ ਹੈ ਦਿਨ ਵੇਲੇ ਵੀ ਰਾਤ ਵੇਲੇ ਵੀ, ਹਰ ਸਮੇਂ। ਕੋਈ ਵੀ ਐਸਾ ਸਮਾਂ ਬਾਕੀ ਫਿਰ ਨਹੀਂ ਰਹਿ ਜਾਂਦਾ ਜਿੱਥੇ ਅਸੀਂ ਕਹੀਏ ਕਿ ਇਸ ਟਾਈਮ ਤੇ ਦਇਆਲ ਨਹੀਂ, ਜਾਂ ਇੱਥੇ ਇਸ ਟਾਈਮ ਤੇ सतगुरु दयालता नहीं करता, कभी भी ऐसा नहीं। सतगुरु सदा ही दयाल है, सदा ही, हर वेले, हर समय, हर मौके। तो ये भी मन च कोई भरम रखने की लोड़ नहीं कि इस वेले ज्यादा इस वेले घट है। सतगुरु सदा ही दयाल है। शर्त यह है कि उस दयालता के पात्र बनने लई असीं तैयारी करिए। सतगुरु की तैयारी कराउण की लोड़ नहीं कि सतगुरु तैयार होण साडे ते दया करन। सतगुरु सदा ही दयाल है, कसर साडे च है। आपां अगे पाठ करते जावांगे, समझते जावांगे, कसर साडे विच है, दिक्कत साडे वल्लों है, सतगुरु वल्लों कोई दिक्कत नहीं। सतगुरु सदा ही दयाल है। तो ध्यान च रखना जी। नाल नाल असीं जिवें जिवें ये वार दीआं पौड़ियां अगे वधदियां जाणगीआं तां सतगुरु गुरु रामदास जी गुरु की वडियाई अंदर, अकाल पुरख जी की वडियाई अंदर बहुत सारिया बड़िया सोहणियां उदाहरणा राही, इतिहास के हवालियां राही गुरु की वडियाई नूं परतख करते जाणगे। और जिवें जिवें असीं अगे वधांगे सानूं इस पाठ नूं होर स्पष्टता दे नाल पढ़ना पेगा और समझना भी उस ढंग नाल पेगा। सतगुरु ने बहुत वड्डी वडियाई सतगुरु अकाल पुरख की इस वार दे राही साडे सामने लिआंदी है और असीं समझते जाइए। सतगुर दाता दयाल है जिस नो दया सदा होए। हाँ जी, एक मिनट। हाँ जी, हाँ जी, है जी, बढ़िया। अच्छा जी, पौड़ी नंबर पिछली हैगी जी 3 नंबर, इसे वार दी पौड़ी नंबर 3 है। पहली लाइन में ही है, तू करता पुरख अगम है। अगम का अर्थ है जिहदे तक साडे ज्ञान इंद्रे कर्म इंद्रियां दी पहुंच नहीं, जो अपहुंच है। तू करता पुरख अगम, जिहदे तक गमता नहीं, पहुंच नहीं।
ਅੱਗੇ ਕਹਿੰਦੇ ਕਿਸ ਨਾਲ ਤੂੰ ਵੜੀਐ। ਵੜੀਐ ਦਾ ਅਰਥ ਹੈ ਤੇਰੀ ਤੁਲਨਾ ਕਿਹਦੇ ਨਾਲ ਕਰੀਏ। ਤੁਲਨਾ, ਬਰਾਬਰਤਾ ਕਿਹਦੇ ਨਾਲ ਕਰੀਏ। ਕਿਸ ਨਾਲ ਤੂੰ ਵੜੀਐ, ਤੂੰ ਵੜੀਐ, ਤੇਰੀ ਤੁਲਨਾ ਕਿਹਦੇ ਨਾਲ ਕਰੀਏ। ਤੂੰ ਆ ਪਹੁੰਚਿਆ, ਤੇਰੀ ਤੁਲਨਾ ਕਿਹਦੇ ਨਾਲ ਕਰੀਏ, ਕਿਸ ਨਾਲ ਕਰੀਏ। ਹਾਂਜੀ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੇ ਬ੍ਰਹਮ ਇੱਕ ਸੋਏ। ਹਾਂਜੀ, ਧਿਆਨ ਰੱਖਿਓ ਜੀ, ਸਤਿਗੁਰ ਅੰਦਰੋਂ ਨਿਰਵੈਰ ਹੈ। ਕੀ ਹੈ ਸਤਿਗੁਰੂ? ਅੰਦਰੋਂ। ਸਤਿਗੁਰੂ ਅੰਦਰੋਂ ਨਿਰਵੈਰ ਹੈ। ਸਤਿਗੁਰ ਅੰਦਰੋਂ ਨਿਰਵੈਰ ਹੈ ਤਾਂ ਸਾਨੂੰ ਫਿਰ ਮੰਨਣਾ ਪਏਗਾ ਵੈਰ ਕਿਸੇ ਨਾਲ ਨਹੀਂ, ਕਿਸੇ ਨਾਲ ਕੋਈ ਰੰਜਿਸ਼ ਨਹੀਂ। ਪਹਿਲੀ ਗੱਲ ਦਇਆਲ ਸਦਾ, ਦੂਜੀ ਆਪਸ਼ਨ ਆਈ ਨਿਰਵੈਰ ਵੀ ਹੈ। ਮਤਲਬ ਐਨ ਪੂਰਾ ਹੀ ਸਪਸ਼ਟ ਕਰ ਦਿੱਤਾ ਕਿ ਜੇ ਵੈਰ ਹੋਵੇ ਤੇ ਫਿਰ ਵੇਖ ਕੇ ਹੋਵੇ ਕਿ ਇਹਦੇ ਤੇ ਦਿਆਲਤਾ, ਇਹਦੇ ਤੇ ਨਹੀਂ, ਇੱਧਰ ਹੋਏਗੀ ਇੱਧਰ ਨਹੀਂ ਹੋਏਗੀ, ਇਸ ਟਾਈਮ ਤੇ ਹੋਏਗੀ ਇਸ ਟਾਈਮ ਤੇ ਨਹੀਂ। ਨਹੀਂ, ਨਿਰਵੈਰ ਹੈ ਇਸ ਕਰਕੇ ਸਦਾ ਹੀ ਦਇਆਲ ਹੈ। ਹਾਂਜੀ। ਨਿਰਵੈਰ ਨਾਲ ਚ ਵੈਰ ਚਲਾਇਂਦੇ। ਨਿਰਵੈਰਾਂ ਨਾਲ ਜੇ ਵੈਰ ਚਲਾਇਂਦੇ। ਨਿਰਵੈਰਾਂ ਨਾਲ ਚ ਵੈਰ ਚਲਾਇਂਦੇ, ਤਿਨ ਵਿੱਚੋਂ ਤੀ ਸਟਿਆ ਨਾ ਕੋਏ। ਨਿਰਵੈਰਾਂ ਨਾਲ ਜੇ ਵੈਰ ਚਲਾਇਂਦੇ, ਅੱਗੇ ਧਿਆਨ ਦਿਓ ਜੀ, ਤਿੰਨ ਵਿੱਚੋਂ ਤਿਸ਼ਟਿਆ ਨਾ ਕੋਏ। ਤਿਸ਼ਟਿਆ ਨਾ ਕੋਏ ਦਾ ਅਰਥ ਹੈ ਟਿਕਿਆ, ਸ਼ਾਂਤ ਚਿੱਤ ਕੋਈ ਨਹੀਂ ਹੋਇਆ। ਜਿਹੜਾ ਸਤਿਗੁਰੂ ਨਿਰਵੈਰ ਹੈ ਤੇ ਜਿਹੜਾ ਵਿਅਕਤੀ ਨਿਰਵੈਰਾਂ ਦੇ ਨਾਲ, ਐਸੇ ਸਤਿਗੁਰਾਂ ਦੇ ਨਾਲ ਵੈਰ ਰੱਖਦਾ ਹੈ, ਇਹ ਬੰਦੇ ਕਦੀ ਸ਼ਾਂਤ ਚਿੱਤ ਨਹੀਂ ਹੋ ਸਕਦੇ। ਜਿਹੜਾ ਵੈਰ ਰੱਖਦਾ ਹੈ ਤਾਂ ਜੇ ਅਸੀਂ ਥੋੜਾ ਜਿਹਾ ਹੋਰ ਇਹਨੂੰ ਵਿਚਾਰਨ ਦੀ ਕੋਸ਼ਿਸ਼ ਕਰ ਲਈਏ ਤਾਂ ਸਾਡੇ ਮਨ 'ਚ ਇੱਕਦਮ ਸਵਾਲ ਪੈਦਾ ਹੋ ਸਕਦਾ ਕਿ ਕਦੀ ਇਦਾਂ ਵੀ ਹੋ ਸਕਦਾ ਕਿ ਅਸੀਂ ਸਤਿਗੁਰੂ ਨਾਲ ਵੈਰ ਰੱਖੀਏ। ਅਸੀਂ ਤਾਂ ਸਤਿਗੁਰੂ ਨਾਲ ਕਿਵੇਂ ਵੈਰ ਕਰ ਸਕਦੇ ਹਾਂ? ਤਾਂ ਵੈਰ ਕਰਨ ਦਾ ਮਤਲਬ, ਜਦੋਂ ਅਸੀਂ ਵੈਰ ਦੀ ਗੱਲਬਾਤ ਕਰਦੇ ਹਾਂ ਤਾਂ ਵੈਰ ਦੇ ਵਿੱਚ ਆ ਜਾਂਦਾ ਵੀ ਵੈਰ ਦਾ ਮਤਲਬ ਹੈ ਦੁਸ਼ਮਣੀ ਇਸ ਹੱਦ ਤੱਕ ਕਿ ਜਿਹਦੇ ਨਾਲ ਵੈਰ ਹੈ ਉਹਨੂੰ ਖਤਮ ਹੀ ਕਰ ਦੇਣਾ, ਉਹਨੂੰ ਅੱਖਾਂ ਦੇ ਸਾਹਮਣੇ ਵੇਖਣਾ ਹੀ ਨਹੀਂ ਚਾਹੁੰਦੇ ਅਸੀਂ। ਇਹੀ ਹੈ ਨਾ ਸਮਾਜ ਦਾ ਵਰਤਾਰਾ। ਜਿੱਥੇ ਵੈਰ ਹੈ, ਦੁਸ਼ਮਣੀ ਹੈ, ਉੱਥੇ ਦੁਸ਼ਮਣ ਨੂੰ ਅੱਖਾਂ ਦੇ ਸਾਹਮਣੇ ਅਸੀਂ ਵੇਖਣਾ ਹੀ ਨਹੀਂ ਚਾਹੁੰਦੇ। ਸਾਡੇ ਸੁਭਾਅ ਅੰਦਰ ਦੇਖਿਓ ਕਿੱਦਾਂ ਅਸੀਂ ਵੈਰ ਕਰ ਰਹੇ ਹਾਂ, ਕਿੱਥੇ ਕਿੱਥੇ ਵੈਰ ਹੁੰਦਾ ਸਾਨੂੰ ਦੇਖਣਾ ਪਏਗਾ। ਸਤਿਗੁਰੂ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੰਦੇ ਆ। ਸਤਿਗੁਰੂ ਸਾਡਾ ਸਾਰਿਆਂ ਦਾ ਹੀ ਭਲਾ ਚਾਹੁੰਦੇ ਆ। ਸ਼ਲੋਕ ਦੀ ਪਹਿਲੀ ਲਾਈਨ ਵੀ ਤੁਸੀਂ ਦੇਖੀ ਹੋਏਗੀ, ਜਿਸ ਨੂੰ ਸਮਤ ਸਭ ਕੋਏ। ਸਤਿਗੁਰੂ ਨੂੰ ਸਾਰੇ ਬਰਾਬਰ ਹੈ। ਪਰ ਅਸੀਂ ਵੈਰ ਕਦੋਂ ਕਰਦੇ ਹਾਂ? ਜਦੋਂ ਸਤਿਗੁਰੂ ਦੇ ਦਿੱਤੇ ਉਪਦੇਸ਼ ਤੋਂ ਮੂੰਹ ਫੇਰਦੇ ਹਾਂ। ਅਸੀਂ ਸਤਿਗੁਰੂ ਦਾ ਉਪਦੇਸ਼ ਆਪਣੇ ਅੰਦਰ ਟਿਕਣ ਨਹੀਂ ਦਿੰਦੇ। ਅਸੀਂ ਸਤਿਗੁਰੂ ਦਾ ਉਪਦੇਸ਼ ਆਪਣੇ ਅੰਦਰੋਂ ਪੁੱਟਦੇ ਹਾਂ, ਸੁੱਟਦੇ ਹਾਂ, ਗਵਾਉਨੇ ਹਾਂ। ਤੇ ਜਿਹੜੀ ਚੀਜ਼ ਨੂੰ ਅੰਦਰ ਟਿਕਣ ਨਾ ਦਿੱਤਾ ਜਾਏ, ਜਿਹੜੀ ਚੀਜ਼ ਨੂੰ ਟਿਕਣ ਨਾ ਦਿੱਤਾ ਜਾਏ, ਉਹਨੂੰ ਪੁੱਟਿਆ ਜਾਏ, ਸੁੱਟਿਆ ਜਾਏ, ਮੀਨਿੰਗ ਸਾਡਾ ਵੈਰ ਹੈ, ਸਾਨੂੰ ਨਹੀਂ ਪਸੰਦ, ਅਸੀਂ ਵੇਖਣਾ ਨਹੀਂ ਚਾਹੁੰਦੇ ਉਸ ਚੀਜ਼ ਨੂੰ। ਸਾਡੇ ਮਨ ਦੀ ਹਾਲਤ ਇਹ ਹੈ ਕਿ ਅਸੀਂ ਵੈਰ ਗੁਰੂ ਉਪਦੇਸ਼ ਨਾਲ, ਗੁਰੂ ਨਾਲ ਕਰਦੇ ਹਾਂ ਉਦੋਂ ਜਦੋਂ ਅਸੀਂ ਆਪਣੇ ਅੰਦਰੋਂ ਗੁਰੂ ਦਾ ਉਪਦੇਸ਼ ਸੁੱਟਦੇ ਹਾਂ, ਕੱਢਦੇ ਹਾਂ, ਜਦੋਂ ਉਹਨੂੰ ਇਗਨੋਰ ਕਰਦੇ ਹਾਂ, ਜਦੋਂ ਉਹਨੂੰ ਅਣਗੌਲਿਆਂ ਕਰਦੇ ਹਾਂ, ਜਦੋਂ ਉਹਨੂੰ ਉਲੰਘਦੇ ਹਾਂ, ਜਦੋਂ ਉਹਦੀ ਉਲੰਘਣਾ ਕਰਦੇ ਹਾਂ, ਅਸੀਂ ਆਪਣੇ ਅੰਦਰੋਂ ਉਹਨੂੰ ਪੁੱਟ ਰਹੇ ਹਾਂ, ਵੈਰ ਕਰ ਰਹੇ ਹਾਂ ਉਹਦੇ ਨਾਲ, ਉਹਦੇ ਤੋਂ ਮੂੰਹ ਫੇਰ ਰਹੇ ਹਾਂ। ਔਰ ਅੱਗੇ ਜਾ ਕੇ ਸਾਨੂੰ ਇਹ ਬਹੁਤ ਕੁਝ ਇਹਨਾਂ ਵਾਰਾਂ ਦੇ ਰਾਹੀਂ ਸਪਸ਼ਟ ਹੋਏਗਾ। ਸਤਿਗੁਰੂ ਨੇ ਬਹੁਤ ਖੂਬਸੂਰਤ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦਿਵਾਇਆ ਕਿ ਭਾਈ ਆਪਣੇ ਅੰਦਰ ਇਸ ਗੱਲ ਦੀ, ਮਨ ਦੀ ਤਿਆਰੀ ਕਰੋ ਕਿ ਸਾਡਾ ਮਨ ਜੋ ਗੁਰੂ ਦੇ ਰਿਹਾ ਉਹਨੂੰ ਸਵੀਕਾਰ ਕਰਨ ਵਾਲਾ ਬਣੇ। ਜਦੋਂ ਮਨ ਸਵੀਕਾਰ ਨਹੀਂ ਕਰਦਾ, ਮਨ ਉਸ ਤੋਂ ਆਨਾਕਾਨੀ ਕਰਦਾ ਹੈ, ਮਨ ਉਸ ਤੋਂ ਦੌੜਦਾ ਹੈ, ਮਨ ਬਹਾਨੇ ਬਣਾਉਂਦਾ ਹੈ, ਮਨ ਉਹਨਾਂ ਚੀਜ਼ਾਂ ਦੀ ਉਲੰਘਣਾ ਕਰਦਾ ਹੈ ਜਿਹੜੀਆਂ ਸਤਿਗੁਰੂ ਨੇ ਦਿੱਤੀਆਂ,
ਤਾਂ ਸਮਝ ਲਓ ਕਿ ਇਹ ਮਨ ਦੁਸ਼ਮਣ ਬਣਿਆ ਬੈਠਾ ਹੈ। ਗੁਰੂ ਦੇ ਬਰਾਬਰ ਦੇ ਉੱਤੇ ਜੋ ਕੁਝ ਵੀ ਗੁਰੂ ਨੇ ਦਿੱਤਾ ਹੈ, ਉਹ ਸਾਰਾ ਕੁਝ ਪਾਸੇ ਕਰਕੇ ਉਹਨੂੰ ਸੁੱਟਣਾ ਚਾਹੁੰਦਾ ਹੈ, ਸੁੱਟ ਰਿਹਾ ਹੈ। ਇਹ ਬਹੁਤ ਕੁਝ ਉਹ ਕਰ ਰਿਹਾ ਜਿਹੜਾ ਗੁਰੂ ਦੀ ਵਿਚਾਰ ਨਾਲ ਮੇਲ ਨਹੀਂ ਖਾਂਦਾ। ਇੱਕ ਵਾਕ ਹੁਕਮਨਾਮੇ ਦੇ ਰੂਪ ਚ ਆ ਜਾਂਦਾ ਹੈ, ਤੁਸੀਂ ਬਹੁਤ ਵਾਰੀ ਸੁਣਿਆ ਹੋਵੇਗਾ। ਕਾਚਾ ਧਨ ਸੰਚੈ ਮੂਰਖ ਗਾਵਾਰ। ਕਾਚਾ ਧਨ ਸੰਚੈ, ਕੱਚਾ ਧਨ ਸੰਚਦੇ ਆ, ਇਕੱਠਾ ਕਰਦੇ ਆ ਮੂਰਖ ਗਵਾਰ। ਸਾਚਾ ਧਨ ਗੁਰਮਤੀ ਪਾਏ। ਸਾਚਾ ਧਨ ਗੁਰੂ ਦੀ ਮੱਤ ਚੋਂ ਮਿਲਦਾ ਹੈ। ਹੁਣ ਜਦੋਂ ਅਸੀਂ ਤੁਲਨਾ ਕਰਕੇ ਦੇਖਾਂਗੇ ਸਾਡੇ ਕੋਲ, ਸਾਡੇ ਮਨ ਕੋਲ, ਸਾਡੇ ਜੀਵਨ ਵਿੱਚ ਕਾਚਾ ਧਨ ਵੱਧ ਹੈ ਕਿ ਸਾਚਾ ਧਨ ਵੱਧ ਹੈ? ਕਾਚਾ ਧਨ ਵਿਕਾਰਾਂ ਦਾ, ਬੁਰਾਈਆਂ ਦਾ, ਬੁਰਾਈਆਂ ਵੱਧ ਹੈ, ਗੁਣ ਘੱਟ ਹੈ। ਜਦੋਂ ਅਸੀਂ ਕਾਚਾ ਧਨ ਵੱਧ ਇਕੱਠਾ ਕਰ ਰਹੇ ਹਾਂ ਤੇ ਸਾਚਾ ਧਨ ਅਸੀਂ ਸੁੱਟ ਰਹੇ ਹਾਂ, ਮੀਨਿੰਗ ਅਸੀਂ ਸਾਚੇ ਧਨ ਦੇ ਮਗਰ ਪਏ ਹੋਏ ਹਾਂ ਕਿ ਇਹ ਨਹੀਂ ਸਾਨੂੰ ਚਾਹੀਦਾ, ਇਹਦੀ ਸਾਨੂੰ ਲੋੜ ਨਹੀਂ। ਔਰ ਸਤਿਗੁਰੂ ਨੇ ਬਹੁਤ ਵਾਰ, ਇੱਕ ਵਾਰ ਨਹੀਂ, ਆਨੰਦ ਸਾਹਿਬ ਦਾ ਪਾਠ ਤਾਂ ਲਗਭਗ ਸਾਨੂੰ ਸਾਰਿਆਂ ਨੂੰ ਹੀ ਯਾਦ ਹੈ। ਔਰ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ ਜਦੋਂ ਮਹਾਰਾਜ ਨੇ ਬੜੇ ਪਿਆਰ ਨਾਲ, ਜਿਵੇਂ ਗਲਵੱਕੜੀ 'ਚ ਲੈ ਕੇ ਕਿਸੇ ਨਾਲ ਅਸੀਂ ਸਾਂਝ ਪਾ ਕੇ ਗੱਲ ਕਰਦੇ ਹਾਂ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ, ਅਸੀਂ ਸਰੀਰ ਦੇ ਰਿਸ਼ਤਿਆਂ ਵੱਲ ਚਲੇ ਗਏ, ਸੰਬੋਧਨ ਮਨ ਨੂੰ ਹੋ ਰਿਹਾ ਸੀ, ਸੰਬੋਧਨ ਮਨ ਨੂੰ ਹੋ ਰਿਹਾ ਸੀ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ, ਹੇ ਮਨਾ, ਆ ਜਿਹੜਾ ਤੂੰ ਕੁਟੰਬ ਬਣਾਇਆ ਤੇ ਜਿਹਨੂੰ ਤੂੰ ਦੇਖ ਰਿਹਾ ਨਾ, ਚੱਲੇ ਨਹੀਂ ਤੇਰੇ ਨਾਲੇ। ਇਹਦਾ ਮਤਲਬ ਸਰੀਰ ਦਾ ਕੁਟੰਬ ਵੀ ਸਾਡਾ ਹੈ, ਸਾਡੇ ਮਨ ਦਾ ਵੀ ਕੁਟੰਬ ਹੈ। ਔਰ ਜਿਹੜੇ ਵੀਰ ਭੈਣਾਂ ਤੁਸੀਂ ਸਹਿਜ ਪਾਠ ਕਰਦੇ ਰਹਿੰਦੇ ਹੋ, ਕਬੀਰ ਸਾਹਿਬ ਨੇ ਜਦੋਂ ਕਿਹਾ, ਕਬੀਰ ਕੋ ਹੈ ਲੜਕਾ ਵੇਚਈ, ਲੜਕੀ ਵੇਚੈ ਕੋਏ। ਲੱਭ ਗਿਆ ਮਨ ਦਾ ਪਰਵਾਰਨਾ। ਕਬੀਰ ਐਸਾ ਕੋਏ ਨਾ ਜਨਮਿਓ, ਆਪਣੇ ਘਰ ਲਾਵੇ ਆਗ। ਘਰ ਨੂੰ ਅੱਗ ਲਾਵੇ। ਕਿਹੜੇ ਘਰ ਨੂੰ ਅੱਗ ਲਾਉਣੀ ਆ? ਇਹਦਾ ਮਤਲਬ ਕੋਈ ਘਰ ਐਸਾ ਵੀ ਅਸੀਂ ਬਣਾਇਆ ਆ, ਅਸੀਂ ਐਸੀ ਕੋਈ ਜੀਵਨ ਸ਼ੈਲੀ ਜੀ ਰਹੇ ਆ ਜਿਹੜੀ ਗੁਰੂ ਨਾਲ ਮੇਲ ਨਹੀਂ ਖਾਂਦੀ, ਜਿਹੜੀ ਬਰਾਬਰ ਦੇ ਉੱਤੇ ਅਸੀਂ ਬਣਾ ਕੇ ਬੈਠੇ ਹੋਏ ਆ। ਤਾਂ ਇਹ ਸਾਰਾ ਕੁਝ ਜਿਹੜਾ ਇੰਨਾ ਸਤਿਗੁਰੂ ਨੇ ਸਾਡੇ ਲਈ ਬਖਸ਼ਿਸ਼ ਕੀਤਾ ਹੈ, ਉਹ ਸਾਡੇ ਲਈ ਆ, ਔਰ ਸਾਨੂੰ ਇਹਨੂੰ ਸਮਝਣਾ ਪਏਗਾ। ਬਰਾਬਰ ਤੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੀਆਂ ਉਦਾਹਰਨਾਂ ਵੀ ਲਿਆਂਦੀਆਂ ਤਾਂ ਕਿ ਅਸੀਂ ਸੌਖੇ ਢੰਗ ਨਾਲ ਸਮਝ ਲਈਏ। ਤਾਂ ਜਦੋਂ ਇੱਥੇ ਆਇਆ, ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ, ਤਿੰਨ ਵਿੱਚੋਂ ਤਿਸ਼ਟਿਆ ਨਾ ਕੋਏ। ਜਦੋਂ ਸਤਿਗੁਰੂ ਨਿਰਵੈਰ ਹੈ ਤੇ ਨਿਰਵੈਰ ਸਤਿਗੁਰੂ ਨਾਲ ਜਿਹੜੇ ਵੈਰ ਕਰਦੇ ਆ, ਜਿਹੜੇ ਸਤਿਗੁਰੂ ਦੇ ਨਾਲ ਵੈਰ ਭਾਵਨਾ ਰੱਖਦੇ ਆ, ਸਤਿਗੁਰੂ ਦੇ ਉਪਦੇਸ਼ ਨੂੰ ਇਗਨੋਰ ਕਰਦੇ ਆ, ਮੂੰਹ ਫੇਰਦੇ ਆ, ਸਤਿਗੁਰੂ ਕਹਿੰਦੇ ਇਹਨਾਂ ਚੋਂ ਕੋਈ ਵੀ ਸ਼ਾਂਤ ਚਿੱਤ ਨਹੀਂ ਰਹਿ ਸਕਦਾ। ਹਾਂਜੀ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਜਿਸ ਦਾ ਬੁਰਾ ਕਿਉਂ ਹੋਏ। ਠੀਕ ਹੈ ਜੀ। ਸਤਿਗੁਰ, ਹਾਂਜੀ, ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਸਾਰਿਆਂ ਦਾ ਹੀ ਭਲਾ ਮਨਾਉਂਦਾ ਹੈ, ਕਿਸੇ ਦਾ ਬੁਰਾ ਨਹੀਂ ਮਨਾਉਂਦਾ। ਇੱਕ ਵਾਕ ਤੁਹਾਡੇ ਹੋਰ ਚੇਤੇ ਹੋਏਗਾ, ਦੇਖਿਓ ਹੁਣ ਧਿਆਨ ਨਾਲ। ਸਤਿਗੁਰੂ ਵੱਲ ਮੂੰਹ ਕਰਕੇ ਅਸੀਂ ਜਦੋਂ ਇਹ ਪੜ੍ਹ ਲਈਏ ਤੇ ਸਾਨੂੰ ਹੋਰ ਸੌਖਿਆਂ ਤੇ ਸਵਾਦਲਾ ਬਣੇਗਾ। ਅਸੀਂ ਸਤਿਗੁਰੂ ਜੀ ਨੂੰ ਆਖੀਏ, ਇੱਥੇ ਸਾਡੇ ਸਾਹਮਣੇ ਆ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਅਸੀਂ ਸਤਿਗੁਰੂ ਵੱਲ ਮੂੰਹ ਕਰਕੇ ਆਖੀਏ, ਤੁਮ ਕਰੋ ਭਲਾ, ਤੁਮ ਕਰੋ ਭਲਾ, ਹਮ ਭਲੋ ਨਾ ਜਾਣੇ। ਤੁਸੀਂ ਭਲਾ ਕਰਦੇ ਹੋ, ਅਸੀਂ ਨਹੀਂ ਭਲਾ ਭੁਲਾ ਜਾਣਦੇ। ਫਿਰ ਕੀ ਹੋਇਆ? ਹੁਣ ਭਲਾ ਕਰਨ ਵਾਲੇ, ਜਿਹੜਾ ਭਲਾ ਕੀਤਾ ਗਿਆ, ਭਲਾ ਕਰਨ ਵਾਲੇ ਵੱਲ ਵੇਖ ਕੇ ਅਸੀਂ ਨਾਲ ਹੀ ਇਹ ਬੋਲ ਉੱਠੇ, ਅਸੀਂ ਨਹੀਂ ਭਲਾ ਜਾਣਦੇ।
ਸਾਡੇ ਨਹੀਂ ਵਸਦਾ ਮਸਲਾ ਭਲੇ ਦੀ ਗੱਲ, ਤੇ ਸਿੱਧਾ ਟਕਰਾਅ 'ਚ ਆ ਗਿਆ ਮਸਲਾ। ਠੀਕ ਹੈ ਨਾ ਜੀ, ਸਿੱਧਾ ਟਕਰਾਅ 'ਚ ਮਸਲਾ ਆ ਗਿਆ। ਸਤਿਗੁਰੂ ਭਲੇ ਦੀ ਗੱਲ ਸਾਡੇ ਪੱਲੇ ਪਾ ਰਹੇ ਸੀ ਤੇ ਸਾਡੀ ਅਗਵਾਈ ਕਰਦੇ ਆ ਸਤਿਗੁਰੂ ਨੇ ਸਾਡੇ ਮੂੰਹੋਂ ਕਢਵਾਇਆ, ਤੁਮ ਕਰੋ ਭਲਾ ਹਮ ਭਲੋ ਨਾ ਜਾਣੇ। ਅਸੀਂ ਨਹੀਂ ਜਾਣਦੇ ਭਲਾ, ਅਸੀਂ ਭਲੇ ਦੇ ਗਾਹਕ ਹੀ ਨਹੀਂ। ਇੱਥੇ ਆ ਨਰਵੈਰਾਂ ਨਾਲ ਵੈਰ। ਗੁਰੂ ਭਲਾ ਕਰੇ, ਗੁਰੂ ਭਲਾ ਦੇਵੇ, ਅਸੀਂ ਭਲੇ ਤੋਂ ਉਲਟ ਬੁਰੇ ਵਾਲੇ ਪਾਸੇ ਝੁਕ ਜਾਈਏ। ਇੱਥੇ ਨਰਵੈਰ ਦੇ ਨਾਲ ਵੈਰ ਵਾਲੀ ਆਹ ਕਹਾਣੀ ਸਾਡੇ ਸਮਝ ਵਿੱਚ ਆਉਣੀ ਚਾਹੀਦੀ। ਹਾਂਜੀ, ਸਤਿਗੁਰ ਨੂੰ ਜਿਹਾ ਪੁੱਛਦਾ ਤੇਹਾ ਪਲ ਪਾਈ ਕੋਈ, ਨਾਨਕ ਦਾਤਾ ਸਭ ਕੁਛ ਜਾਣਦਾ ਜਿਤੂ ਕਿਛ ਬੁਝਾ ਨਾ ਹੋਏ। ਪੌੜੀ ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵਡ ਜਾਣੀ, ਜਿਸ ਸਾਹਿਬ ਭਾਵੈ ਤਿਸ ਬਖਸ਼ ਲਏ ਸੋ ਸਾਹਿਬ ਮਨ ਭਾਣੀ। ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ, ਜਿਸਨੂੰ ਸਤਿਗੁਰ ਮਿਲੇ ਸੋ ਗੁਣ ਰਵੈ ਗੁਣ ਆਖ ਬਖਾਣੀ। ਨਾਨਕ ਸੱਚਾ ਸੱਚ ਹੈ ਬੁਝ ਸੱਚ ਸਮਾਣੀ। ਸ਼ਲੋਕ ਪਹਿਲਾ ਚੌਥਾ। ਹਰ ਸਤ ਨਿਰੰਜਨ ਅਮਰ ਹੈ, ਨਿਰਭਉ ਨਿਰਵੈਰ ਨਿਰੰਕਾਰ। ਜਿਨ ਜਪਿਆ ਇੱਕ ਮਨ ਇੱਕ ਚਿਤ, ਤਿਨ ਲੱਥਾ ਹੋਮੈ ਭਾਰ। ਜਿਨ ਗੁਰਮੁਖ ਹਰਿ ਅਰਾਧਿਆ, ਤਿਨ ਸੰਤ ਜਨਾ ਜੈਕਾਰ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸਨੂੰ ਫਿਟ ਫਿਟ ਕਹੇ ਸਭ ਸੰਸਾਰ। ਹਾਂਜੀ, ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ। ਪੂਰੇ ਸਤਿਗੁਰੂ ਦੀ ਜਿਹੜਾ ਨਿੰਦਿਆ ਕਰਦਾ, ਤਿਸ ਨੂੰ ਫਿਟ ਫਿਟ ਕਹੇ ਸਭ ਸੰਸਾਰ। ਸਾਰਾ ਸੰਸਾਰ ਲਾਹਨਤ ਪਾਉਂਦਾ ਹੈ। ਵੈਸੇ ਪੁੱਛ ਰਿਹਾ ਜੀ ਸਮਝਣ ਲਈ, ਸਾਡੇ ਵਿੱਚੋਂ ਤਾਂ ਕੋਈ ਨਹੀਂ ਨਿੰਦਿਆ ਕਰਦਾ ਹੋਏਗਾ। ਅਸੀਂ ਥੋੜੀ ਗੁਰੂ ਦੀ ਨਿੰਦਿਆ ਕਰਦੇ ਹਾਂ। ਠੀਕ ਹੈ ਨਾ ਜੀ, ਅਸੀਂ ਥੋੜੀ ਨਿੰਦਿਆ ਕਰਦੇ ਹਾਂ। ਸਾਡੇ ਸਾਰਿਆਂ ਦੇ ਮਨ 'ਚ ਹੀ ਐਸਾ ਰਹਿੰਦਾ, ਅਸੀਂ ਨਿੰਦਿਆ ਨਹੀਂ ਕਰਦੇ। ਪਰ ਅਸਲ 'ਚ ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਨਾਲ ਮਨ ਬਿਰਤੀ ਜੋੜ ਕੇ ਬੈਠਾਂਗੇ, ਸਾਨੂੰ ਸਮਝ ਲੱਗੇਗਾ। ਜੇ ਨੋਟ ਕਰਨਾ ਚਾਹੋ ਤੁਸੀਂ ਕਰ ਲਿਓ। ਮੈਂ ਸਤਿਗੁਰੂ ਜੀ ਦਾ ਵਾਕ ਬੋਲਦਾ ਤਾਂ ਕਿ ਮਨ 'ਚ ਭੁਲੇਖਾ ਨਾ ਰਹਿ ਜਾਏ। ਨਿੰਦਿਆ ਕਿੱਥੇ ਤੇ ਕਿਵੇਂ ਹੋ ਰਹੀ ਹੈ, ਸਾਨੂੰ ਸਮਝਣ ਲਈ ਸਤਿਗੁਰੂ ਨੇ ਅਗਵਾਈ ਦਿੱਤੀ। ਸੁਣਿਓ। ਐ ਜੀ ਗੁਰੂ ਅਮਰਦਾਸ, ਐ ਜੀ ਗੁਰ ਕੀ ਦਾਤ ਨਾ ਮੇਟੈ ਕੋਈ, ਮੇਰਾ ਠਾਕੁਰ ਆਪ ਦਿਵਾਈ। ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਪਾਈ। ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਪਾਈ। ਗੁਰੂ ਦੀ ਦਾਤ ਉਹ ਕਿਹੜੀ ਦਾਤ ਹੈ? ਗੁਰੂ ਨੇ ਬੇਅੰਤ ਦਾਤਾਂ ਦਿੱਤੀਆਂ। ਉਹ ਕਿਹੜੀ ਦਾਤ ਹੈ ਜਿਹੜੀ ਦਾਤ ਸਾਨੂੰ ਚੰਗੀ ਨਹੀਂ ਲੱਗੀ? ਧੀਆਂ ਪੁੱਤਰਾਂ ਤੋਂ ਕਿਸੇ ਇਨਕਾਰ ਨਹੀਂ ਕੀਤਾ, ਘਰ ਤੋਂ ਕਿਸੇ ਇਨਕਾਰ ਨਹੀਂ ਕੀਤਾ, ਗੱਡੀ ਤੋਂ, ਪੈਸੇ, ਧਨ ਦੌਲਤ ਤੋਂ, ਜ਼ਮੀਨ ਜਾਇਦਾਦ, ਕੋਈ ਨਾ ਨਹੀਂ ਕਰਦਾ। ਜਿਨ ਗੁਰ ਕੀ ਦਾਤ ਨਾ, ਉਹ ਕਿਹੜੀ ਦਾਤ ਹੈ ਜਿਹੜੀ ਸਾਨੂੰ ਭਾਈ ਨਹੀਂ, ਚੰਗੀ ਨਹੀਂ ਲੱਗੀ? ਬੇਅੰਤ ਦਾਤਾਂ ਸਤਿਗੁਰੂ ਦੀਆਂ, ਸਾਰੀਆਂ ਸਤਿਗੁਰੂ ਦੀਆਂ ਹੀ ਨੇ। ਕਿਵੇਂ ਇਨਕਾਰੀ ਹੋ ਸਕਦੇ ਆ ਕਿ ਇਹ ਦਾਤਾਂ ਸਤਿਗੁਰੂ ਦੀਆਂ ਨਹੀਂ? ਪਰ ਸਾਰੀਆਂ ਜਿੰਨੀਆਂ ਵੀ ਦਾਤਾਂ, ਆਪਾਂ ਮਾਝਕੀ ਵਾਰ ਜਿੱਦਣ ਸ਼ੁਰੂ ਕੀਤੀ ਸੀ ਉਦਣ ਸਾਡੇ ਸਾਹਮਣੇ ਆਰੰਭ ਵਿੱਚ ਹੀ ਮੇਰੇ ਖਿਆਲ ਸ਼ਾਇਦ ਦੂਜੀ ਪੌੜੀ ਦੇ ਨਾਲ ਸ਼ਲੋਕ ਸੀਗਾ, ਦਿੰਦੇ ਥਾਵੋਂ ਦਿੱਤਾ ਚੰਗਾ ਮਨ ਮੁਖ
ਐਸਾ ਇਹ ਮਨਮੁਖ ਦੀ ਨਿਸ਼ਾਨੀਆਂ ਦੇਣ ਵਾਲੇ ਨਾਲੋਂ ਦਿੱਤੀ ਹੋਈ ਚੀਜ਼ ਨਾਲ ਵਧੇਰੇ ਜੁੜ ਗਿਆ। ਦੂਜਾ ਵਾਕ ਤਾਂ ਤੁਹਾਡੇ ਚੇਤੇ ਹੀ ਹੋਏਗਾ, ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤ ਪਿਆਰੀ ਆ, ਦਾਤਾਰ ਵਿਸਰ ਗਿਆ। ਜਿਹੜਾ ਅਸੀਂ ਵਾਕ ਸਾਂਝਾ ਕਰ ਰਹੇ ਹਾਂ, ਨਿੰਦਕ ਨਾਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਪਾਈ। ਕਿਹੜੀ ਦਾਤ ਹੈ? ਇੱਕ ਪਾਸੇ ਤੇ ਦਾਤਾਂ ਪਿਆਰੀਆਂ ਹੋ ਗਈਆਂ, ਦਾਤਾਰ ਵਿਸਰ ਗਿਆ। ਦੂਜੇ ਪਾਸੇ ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਨੇ ਸਤਿਗੁਰੂ ਨੇ ਦਾਤ ਦਿੱਤੀ ਪਰ ਇਹਨਾਂ ਨਿੰਦਕਾਂ ਨੂੰ ਭਾਈ ਨਹੀਂ, ਇਹਨਾਂ ਦੇ ਮੂੰਹ ਕਾਲੇ ਆ। ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਅਮਰਦਾਸ ਕਹਿੰਦੇ ਨੇ ਜਿਨ ਗੁਰ ਕੀ ਦਾਤ ਨਾ ਭਾਈ। ਕਿਹੜੀ ਦਾਤ ਆ? ਤੁਸੀਂ ਘਰ ਜਾ ਕੇ ਵੀ ਵਿਚਾਰ ਲੈਣਾ, ਐਨ ਆਰਾਮ ਨਾਲ ਬਹਿ ਕੇ ਇਕਾਗਰ ਮਨ ਹੋ ਕੇ ਸਤਿਗੁਰੂ ਦੀ ਭੈ ਭਾਵਨੀ 'ਚ ਬਹਿ ਕੇ ਵਿਚਾਰ ਲੈਣਾ, ਔਰ ਨਤੀਜਾ ਇੱਕੋ ਹੀ ਨਿਕਲਦਾ ਹੈ। ਜਿਹੜਾ ਉਪਦੇਸ਼ ਦੀ ਦਾਤ ਸਤਿਗੁਰੂ ਦਿੰਦੇ ਆ ਨਾ, ਉਪਦੇਸ਼ ਹੀ ਸਿੱਖਿਆ ਹੀ ਸਤਿਗੁਰੂ ਦੀ ਸਾਨੂੰ ਨਹੀਂ ਪਾਉਂਦੀ, ਬਾਕੀ ਤੇ ਸਭ ਕੁਝ ਠੀਕ ਹੈ। ਖਾਣ ਪੀਣ ਪਹਿਨਣ ਉੱਠਣ ਬੈਠਣ ਜੋ ਕੁਝ ਵੀ ਸਾਨੂੰ ਮਿਲਦਾ ਲੈ ਲਓ, ਸਿਰਫ ਇੱਕ ਉਪਦੇਸ਼ ਤੋਂ ਹੀ ਆਨਾਕਾਨੀ ਹੈ, ਸਤਿਗੁਰੂ ਦੀ ਸਿੱਖਿਆ ਤੋਂ ਹੀ ਇਨਕਾਰੀ ਆ। ਸਤਿਗੁਰੂ ਜਿਹੜਾ ਸਾਡੀ ਘਾੜਤ ਨੂੰ ਤੋੜ ਕੇ ਦੁਬਾਰਾ ਘੜਨ ਦੀ ਗੱਲ ਕਰਦੇ ਆ ਨਾ, ਉੱਥੋਂ ਹੀ ਇਨਕਾਰੀ ਆ ਵੀ ਇਹ ਜੋ ਬਣਾ ਲਿਆ ਇਹਨੂੰ ਨਾ ਛੇੜੀ, ਬਾਕੀ ਜੋ ਚਾਹੀਦਾ ਉਹ ਰੱਖੀ ਜਾਂਦੇ ਆ। ਸਾਡੀ ਘਾੜਤ ਦੇ ਵਿੱਚ ਨੁਕਸ ਕੱਢੇ ਜਾਂ ਸਾਡੀ ਘਾੜਤ ਨੂੰ ਤੋੜ ਕੇ ਨਵੇਂ ਸਿਰਿਓਂ ਘੜਨ ਦੀ ਸਤਿਗੁਰੂ ਗੱਲ ਕਰੇ, ਇਹ ਨਹੀਂ ਸਾਨੂੰ ਪ੍ਰਵਾਹ। ਤਾਂ ਸਤਿਗੁਰੂ ਕਹਿੰਦੇ ਨੇ ਜਿੰਨੀ ਦੇਰ ਤੱਕ ਇਹ ਤੋੜ ਕੇ ਭੰਨ ਕੇ ਦੁਬਾਰਾ ਨਹੀਂ ਘਾੜਤ ਘੜੀ ਜਾਏਗੀ, ਓਨੀ ਦੇਰ ਤੱਕ ਗੱਲ ਬਣਨੀ ਨਹੀਂ, ਓਨੀ ਦੇਰ ਤੱਕ ਗੱਲ ਨਹੀਂ ਬਣਨੀ। ਤਾਂ ਜਦੋਂ ਅਸੀਂ ਗੁਰ ਕੀ ਦਾਤ ਨਾ ਭਾਈ ਵਾਲੇ ਇਸ ਵਿਚਾਰ ਨੂੰ ਥੋੜਾ ਜਿਹਾ ਦਿਮਾਗ ਤੱਕ ਲੈ ਕੇ ਚਿੱਥਾਂਗੇ, ਤਾਂ ਜਿੱਥੇ ਜਿੱਥੇ ਮੇਰੇ ਸਮੇਤ ਜਿੱਥੇ ਜਿੱਥੇ ਜਿੰਨਾ ਵੀ ਗੁਰੂ ਉਪਦੇਸ਼ ਤੋਂ ਅਸੀਂ ਪਾਸੇ ਹਟੇ, ਮੂੰਹ ਫੇਰਿਆ, ਓਨੀ ਨਿੰਦਿਆ ਅਸੀਂ ਸਾਰਿਆਂ ਨੇ ਕਰ ਲਈ ਆ। ਸਾਡਾ ਧਿਆਨ ਇੱਕਦਮ ਪਾਸੇ ਆਸੇ ਜਾਂਦਾ। ਜਿਹੜੇ ਗੱਦੀਆਂ ਲਾ ਕੇ ਬੈਠੇ ਗੁਰੂ ਬਣ ਕੇ ਬਹਿ ਗਏ ਵੀ ਇਹ ਨਿੰਦਿਆ ਕਰਦੇ, ਖਿਲਾਫ ਬੋਲਦੇ। ਖਿਲਾਫ ਬੋਲਣ ਵਾਲੇ ਤੇ ਨਿੰਦਿਆ ਕਰਦੇ ਹੀ ਕਰਦੇ ਆ, ਪਰ ਜੇ ਗੁਰੂ ਦੇ ਭੈ ਭਾਵਨੀ 'ਚ ਬਹਿ ਕੇ ਬਰੀਕੀ ਨਾਲ ਵੇਖਾਂਗੇ ਤਾਂ ਇਹ ਨਿੰਦਿਆ ਸਾਡੇ ਵਿੱਚੋਂ ਵੀ ਇਸ ਤਰ੍ਹਾਂ ਉੱਠਦੀ ਆ ਜਦੋਂ ਅਸੀਂ ਗੁਰੂ ਦੇ ਉਪਦੇਸ਼ ਤੋਂ ਇਨਕਾਰੀ ਹੁੰਦੇ ਆ। ਮੈਂ ਇੱਕ ਵਾਰੀ ਫੇਰ ਪੜ੍ਹ ਦਿੰਨਾ, ਜੇ ਨੋਟ ਕਰਨਾ ਕਰ ਲਿਓ। ਐ ਜੀ ਗੁਰ ਕੀ ਦਾਤ ਨਾ ਮੇਟੈ ਕੋਈ, ਮੇਰੇ ਠਾਕੁਰ ਆਪ ਦਿਵਾਈ। ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਭਾਈ। ਠੀਕ ਹੈ ਜੀ। ਨਿੰਦਿਆ ਦੀ ਪਰਿਭਾਸ਼ਾ ਸਾਨੂੰ ਇਸ ਤੋਂ ਵੱਧ ਸਪਸ਼ਟ ਤੇ ਹੋਰ ਸੋਹਣੀ ਨਹੀਂ ਮਿਲ ਸਕਦੀ, ਤੇ ਸਾਨੂੰ ਕਿਸੇ ਨੂੰ ਪੁੱਛਣ ਦੀ ਵੀ ਲੋੜ ਨਹੀਂ। ਹਾਂਜੀ। ਸਤਿਗੁਰ ਵਿੱਚ ਆਪ ਵਰਤਦਾ, ਹਰ ਆਪੇ ਰੱਖਣ ਹਾਰ। ਧੰਨ ਧੰਨ ਗੁਰੂ ਗੁਣ ਗਾਉਂਦਾ, ਤਿਸਨੂੰ ਸਦਾ ਸਦਾ ਨਮਸਕਾਰ। ਜਨ ਨਾਨਕ ਤਿਨ ਕੋ ਵਾਰਿਆ, ਜਿਨ ਜਪਿਆ ਸਿਰਜਣਹਾਰ। ਮਹਲਾ ਚੌਥਾ। ਆਪੇ ਧਰਤੀ ਸਾਜੀਆਂ, ਆਪੇ ਆਕਾਸ਼ ਵਿੱਚ ਆਪੇ ਜੰਤ ਉਪਾਇਆਂ। ਮੁਖ ਆਪੇ ਦੇ ਵਿਰਾਸ, ਸਭ ਆਪੇ ਆਪ ਵਰਤਦਾ, ਆਪੇ ਹੀ ਗੁਣਦਾਸ। ਜਨ ਨਾਨਕ ਨਾਮ ਧਿਆਏ ਤੂੰ, ਸਭ ਕਿਲਵਿਤ ਕੱਟੇ ਤਾਸ। ਪੌੜੀ। ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚੇ ਭਾਵੇਂ। ਜੋ ਤੁਧ ਸੱਚ ਸਲਾਹਿੰਦੇ, ਤਿਨ ਜਮ ਕੰਕਰ ਨੇੜ ਨਾ ਆਵੇ। ਨਹੀਂ, ਬਿੰਦੀ ਉਚਾਰਨ ਨਾ ਕਰੀਏ ਜੀ। ਸੱਚ ਸੱਚੇ ਭਾਵੈ, ਜਮ ਕੰਕਰ ਨੇੜ ਨਾ ਆਵੇ। ਹਾਂਜੀ। ਜਮ ਕੰਕਰ ਨੇੜ ਨਾ ਆਵੇ, ਤਿਨ ਕੇ ਮੁਕਦਰ ਉਜਲੇ। ਜਿਨ ਹਰ ਹਿਰਦੇ ਸੱਚੇ ਪਾਵੇ, ਕੁੜਿਆਰ ਪਿਸ਼ਾਹਾਂ ਸੱਟੀਆਂ। ਕੂੜ ਹਿਰਦੇ
ਕਪਟ ਮਹਾ ਦੁਖ ਪਾਵੈ। ਮੂੰਹ ਕਾਲੇ ਕੁੜਿਆਰੀਆਂ ਕੁੜਿਆਰ ਕੂੜੋ ਹੋਏ ਜਾਵੈ। ਸਲੋਕ ਪਹਿਲਾ ਚੌਥਾ। ਸਤਿਗੁਰ ਧਰਤੀ ਧਰਮ ਹੈ, ਇਸ ਵਿੱਚ ਜਿਹਾ ਕੋ ਬੀਜੇ ਤੇਹਾ ਫਲ ਪਾਏ। ਹਾਂ, ਸਤਿਗੁਰ ਧਰਤੀ ਧਰਮ ਹੈ। ਧਰਤੀ ਦੇ ਸੁਭਾਅ ਵਾਂਗ ਸਤਿਗੁਰੂ ਧਰਮ ਦੀ ਭੋਏ ਆ, ਧਰਮ ਦੀ ਧਰਤੀ ਆ। ਨਾਲ ਮਹਾਰਾਜ ਕਹਿੰਦੇ ਨੇ ਤਿਸ ਵਿੱਚ, ਇਸ ਧਰਤੀ ਵਿੱਚ ਜਿਹਾ ਕੋ ਬੀਜੇ, ਹਾਂਜੀ, ਤੇਹਾ ਫਲ ਪਾਏ। ਜਿਹੋ ਜੀ ਭਾਵਨਾ ਨਾਲ ਤੁਸੀਂ ਪਹੁੰਚਦੇ ਹੋ, ਉਹੋ ਜਿਹਾ ਰਿਜ਼ਲਟ, ਉਹੋ ਜਿਹਾ ਨਤੀਜਾ ਨਿਕਲਦਾ ਹੈ, ਉਹੋ ਜਿਹਾ ਫਲ ਲੱਗ ਰਿਹਾ। ਇਹ ਹੁਣ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਸਤਿਗੁਰੂ ਤੱਕ ਕਿਸ ਭਾਵਨਾ ਨਾਲ ਪਹੁੰਚਦੇ ਹਾਂ। ਇਹ ਤੇ ਸਾਨੂੰ ਹੀ ਠੀਕ ਕਰਕੇ ਆਉਣਾ ਪਏਗਾ ਨਾ। ਤੇ ਜੇ ਠੀਕ ਕਰਨਾ ਨਾ ਆਉਂਦਾ ਹੋਵੇ ਫਿਰ ਵੀ ਸਤਿਗੁਰੂ ਕੋਲੋਂ ਪੁੱਛ ਲੈਣਾ ਚਾਹੀਦਾ ਵੀ ਅਸੀਂ ਤੁਹਾਡੇ ਕੋਲ ਆਈਏ ਤੇ ਕਿੱਦਾਂ ਆਈਏ, ਕਿਵੇਂ ਆਈਏ, ਕੀ ਲੈਣ ਆਈਏ। ਖਿਮਾ ਕਰਿਓ, ਜਾਂ ਅਸੀਂ ਨਾ, ਤੁਸੀਂ ਥੋੜਾ ਜਿਹਾ ਧਿਆਨ ਨਾਲ ਦੇਖ ਲੈਣਾ, ਆਮ ਤੌਰ ਤੇ ਬਹੁਤਾ ਸਮਾਜ ਦਾ ਹਿੱਸਾ ਜਾਂ ਡਰਦਾ ਧਰਮ ਸਥਾਨਾਂ ਤੇ ਜਾਂਦਾ ਹੈ ਤੇ ਜਾਂ ਲਾਲਚ 'ਚ ਜਾਂਦਾ ਹੈ। ਦੋ ਗੱਲਾਂ ਮੇਨ ਨੇ। ਪਰ ਸਿੱਖ ਦਾ ਸਤਿਗੁਰੂ ਨਾਲ ਸੰਬੰਧ ਨਾ ਡਰ ਕਰਕੇ ਨਾ ਲਾਲਚ ਕਰਕੇ। ਸਿੱਖ ਦਾ ਸੰਬੰਧ ਗੁਰੂ ਨਾਲ ਨਾ ਲਾਲਚ ਕਰਕੇ ਨਾ ਡਰ ਕਰਕੇ। ਸਿੱਖ ਦੋਵਾਂ ਗੱਲਾਂ ਤੋਂ ਉੱਤੇ ਰਹਿੰਦਾ। ਆਮ ਤੌਰ ਤੇ ਧਰਮ ਦੀ ਦੁਨੀਆ 'ਚ ਜਦੋਂ ਵੇਖੋਗੇ, ਡਰ, ਨਾਰਾਜ਼ ਨਾ ਹੋ ਜਾਏ, ਜੋ ਕੁਝ ਹੈਗਾ ਕਿਤੇ ਖੁੱਸ ਨਾ ਜਾਏ, ਤੇ ਲਾਲਚ ਮੰਗਣ ਵਾਸਤੇ। ਦੋ ਗੱਲਾਂ ਦੇ ਆਧਾਰਿਤ ਸਾਰਾ ਇਹ ਸਿਲਸਿਲਾ ਚੱਲਦਾ ਹੈ। ਸਿੱਖ ਦਾ ਸੰਬੰਧ ਇਹਨਾਂ ਦੋਆਂ ਗੱਲਾਂ ਤੋਂ ਪਾਰ ਹੈ। ਅਸੀਂ ਦੇਖਣਾ ਅਸੀਂ ਕਿੱਥੇ ਕੁ ਖੜੇ ਆ, ਕਿਸ ਪੜਾਅ ਤੇ ਖੜੇ ਆ, ਡਰ ਕਰਕੇ ਜਾਂ ਲਾਲਚ ਕਰਕੇ, ਜਾਂ ਸੱਚੀ ਸਿੱਖੀ ਦੀ ਭਾਵਨਾ ਜਿਹੜੀ ਮੂਲ ਰੂਪ ਵਿੱਚ ਗੁਰਬਾਣੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਅਸੀਂ ਉੱਥੇ ਖੜੇ ਆ। ਕਿਉਂਕਿ ਗੁਰ ਕਾ ਦਰਸ਼ਨ ਦੇਖ ਜੀਵਾਂ, ਗੁਰੂ ਦਾ ਦਰਸ਼ਨ ਦੇਖ ਕੇ ਹੀ ਮੈਂ ਜਿਉਂਦਾ ਹਾਂ। ਗੁਰ ਕੇ ਚਰਨ ਧੋਏ ਧੋਏ ਪੀਵਾਂ। ਅਸੀਂ ਇਸ ਪਾਸੇ ਨੂੰ ਧਿਆਨ ਦੇਈਏ। ਬਾਕੀ ਗੱਲਾਂ ਬਾਤਾਂ ਸਾਰੀਆਂ ਚੱਲਦੀਆਂ ਰਹਿੰਦੀਆਂ। ਗੁਰੂ ਨਾਲ ਸਾਡਾ ਰਿਸ਼ਤਾ ਵਿਚਾਰ ਦਾ, ਸੁਰਤ ਦਾ, ਮਨ ਦਾ ਹੈ। ਅਸੀਂ ਆਪਣਾ ਮਨ ਸਤਿਗੁਰੂ ਨੂੰ ਹਾਜ਼ਰ ਕਰਕੇ ਸਤਿਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ 'ਚ ਪ੍ਰਵਾਨ ਕਰੀਏ। ਇਹ ਸਭ ਤੋਂ ਵੱਡਾ ਤੇ ਪਵਿੱਤਰ ਰਿਸ਼ਤਾ ਹੈ। ਹਾਂਜੀ। ਗੁਰ ਸਿੱਖੀ ਅੰਮ੍ਰਿਤ ਬੀਜਿਆ, ਤਿਨ ਅੰਮ੍ਰਿਤ ਫਲ ਹਰ ਪਾਏ। ਉਹਨਾਂ ਹਲਤ ਪਲਤ ਮੁਖ ਉਜਲੇ, ਉਹ ਹਰ ਦਰ ਬੈ ਸੱਚੀ ਪਹਿਨਾਏ। ਉਹਨਾਂ ਹਾਲਤ ਪਲਤ ਮੁਖ ਉਜਲੇ, ਓਏ ਉਚਾਰਨ, ਓਏ ਹਰ ਦਰਗਾਹ ਸੱਚੀ ਪਹਿਨਾਏ। ਹਾਂਜੀ। ਇਕ ਨਾ ਅੰਦਰ ਖੋਟ ਨਿਤ, ਇਕ ਨਾ ਅੰਦਰ ਖੋਟ ਨਿਤ ਖੋਟ ਕਮਾਏ। ਉਹ ਜਿਹਾ ਬੀਜੇ ਤੇਹਾ ਫਲ ਖਾਏ। ਇਕ ਨਾ ਅੰਦਰ ਖੋਟ ਨਿਤ ਖੋਟ ਕਮਾਵੇਂ। ਉਹ ਜਿਹਾ ਬੀਜੇ ਤੇਹਾ ਫਲ ਖਾਏ। ਖੋਟ ਆ, ਕੀ ਲੈ ਕੇ ਆਏ ਸਤਿਗੁਰੂ ਕੋਲ? ਖੋਟ। ਸਤਿਗੁਰੂ ਧਰਤੀ ਧਰਮ ਦੀ ਆ, ਬੀਜਿਆ ਕੀ? ਖੋਟ। ਉੱਗੇਗਾ ਕੀ? ਖੋਟ। ਜੋ ਉੱਗਿਆ, ਇੱਕ ਬੀਜ ਬੀਜਦੇ ਆ, ਉੱਗਦਾ, ਕਿੰਨੇ ਫਲ ਲੱਗਦੇ ਉਹਨੂੰ? ਨਿਕਲਿਆ ਕੀ? ਖੋਟ। ਜਾਨੀ ਖੋਟ ਰੱਖ ਕੇ ਆਏ, ਖੋਟੇ ਹੀ ਰਹਿ ਗਏ। ਖੋਟ ਲੈ ਕੇ ਆਏ, ਖੋਟੇ ਹੀ ਰਹਿ ਗਏ, ਕੁਝ ਨਹੀਂ ਕਰ ਸਕੇ। ਜੇ ਭਾਵਨਾ ਖੋਟ ਛੱਡ ਕੇ ਆਉਣ ਵਾਲੀ ਹੁੰਦੀ, ਖੋਟ ਤੋਂ ਰਹਿਤ ਹੋ ਕੇ ਆਉਂਦੇ, ਤਾਂ ਉਦਾਂ ਦਾ ਫਲ ਲੱਗ ਜਾਂਦਾ।
ਜਿੰਨਾ ਅਸੀਂ ਵਿਚਾਰ ਰਹੇ ਸਾਰਾ ਉੱਤਰ ਇਸ ਸ਼ਲੋਕ ਦੇ ਵਿੱਚ ਹੀ ਸਤਿਗੁਰੂ ਨੇ ਦਿੱਤਾ ਹੈ। ਔਰ ਅਗਲੀ ਲਾਈਨ ਨੂੰ ਧਿਆਨ ਨਾਲ ਆਪ ਜੀ ਨੇ ਸਮਝਣ ਦੀ ਕੋਸ਼ਿਸ਼ ਕਰਨੀ। ਸਤਿਗੁਰੂ ਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ, ਕੋਈ ਭੁਲੇਖਾ ਨਹੀਂ। ਹਾਂਜੀ, ਜਾਂ ਸਤਿਗੁਰ ਸਰਾਪ ਨਦਰ ਕਰ ਦੇਖੈ, ਸਵਾਬ ਵੀ ਸਭ ਉਗੜ ਆਏ। ਹਾਂ, ਸਤਿਗੁਰ ਸਰਾਫ, ਸਰਾਫ ਸੁਨਿਆਰਾ, ਕੋਈ ਸੋਨੇ ਦਾ ਕੰਮ ਕਰਨ ਵਾਲਾ, ਪਾਰਖੂ। ਜਾਂ ਸਤਿਗੁਰ ਸਰਾਫ ਨਦਰ ਕਰ ਦੇਖੈ। ਅੱਗੇ ਕਹਿੰਦੇ ਨੇ ਸਵਾਬ ਗੀਰ ਸਭ ਉਗੜ ਆਏ। ਸਵਾਬ ਗੀਰ ਦਾ ਅਰਥ ਹੈ ਸਵਾਰਥ ਵਾਲੇ, ਸਵਾਰਥ ਦੇ ਮਗਰ ਲੱਗੇ ਹੋਏ, ਸਵਾਰਥ ਨੂੰ ਜੀਣ ਵਾਲੇ, ਸਵਾਰਥੀ ਮਤਲਬੀ ਸਭ ਉਗੜ ਆਏ। ਕੀ ਛੁਪਿਆ ਰਹਿ ਗਿਆ ਜੀ? ਕੁਛ ਵੀ ਨਹੀਂ। ਜਾਂ ਸਤਿਗੁਰ ਸਰਾਫ ਨਦਰ ਕਰ ਦੇਖੈ, ਸਵਾਬ ਗੀਰ ਸਭ ਉਗੜ ਆਏ। ਐਨ ਜ਼ਾਹਰ ਪ੍ਰਤੱਖ ਹੋ ਗਏ। ਹੁਣ ਸਤਿਗੁਰੂ ਵੱਲੋਂ ਕੁਛ ਵੀ ਲੁਕਿਆ ਨਹੀਂ ਰਹਿ ਗਿਆ। ਤੇ ਜੇ ਅਸੀਂ ਅਜੇ ਵੀ ਭਰਮ ਜਾਂ ਭੁਲੇਖਾ ਪਾ ਲਈਏ ਕਿ ਪਰਦਾ ਰਹਿ ਗਿਆ, ਢੱਕਿਆ ਰਹਿ ਗਿਆ, ਤਾਂ ਸਾਡੀ ਮਰਜ਼ੀ ਹੈ। ਜੇ ਬੰਦਾ ਭਰਮ 'ਚ ਆਪਣੇ ਆਪ ਨੂੰ ਰੱਖ ਕੇ ਸੁਖੀ ਮਹਿਸੂਸ ਕਰ ਰਿਹਾ, ਰੱਖੀ ਜਾਏ। ਪਰ ਗੁਰੂ ਰਾਮਦਾਸ ਜੀ ਦਾ ਫੈਸਲਾ ਤਾਂ ਸਪਸ਼ਟ ਹੈ ਕਿ ਸਵਾਬ ਗੀਰ ਸਭ ਉਗੜ ਆਏ। ਗੁਰੂ ਨੇ ਨਦਰ ਕਰਕੇ ਦੇਖਿਆ, ਇੱਕ ਝਲਕਾਰੇ ਦੇ ਨਾਲ ਹੀ ਸਾਰਾ ਰਿਜ਼ਲਟ ਕੱਢ ਲਿਆ। ਹਾਂਜੀ, ਕੋਈ ਜਿਹਾ ਚਿਤਵੈ ਨਿਤ, ਓਏ ਜਿਹਾ ਚਿਤਵੈ ਓਏ ਜਿਹਾ ਚਿਤਵੈ ਨਿਤ, ਨਿਤ ਤੇਹਾ ਪਾਇਨ, ਨਿਤ ਤੇਹਾ ਪਾਇਨ। ਓਏ ਜਿਹਾ ਚਿਤਵੈ ਨਿਤ ਤੇਹਾ ਪਾਇ, ਓਏ ਤੇਹੋ ਜਹੇ ਦੇਈ ਬੁਝਾਏ। ਹਾਂ, ਨਾਨਕ ਤੁਹੀ ਸ੍ਰੀ ਖਸਮ ਆਪੇ ਵਰਤੈ, ਨਿਤ ਕਰ ਕਰ ਦੇਖੇ ਚਲਤ ਸੁਭਾਏ। ਮਹਲਾ ਚੌਥਾ। ਇਕ ਮਨ ਇਕ ਵਰਤਦਾ, ਜਿਤ ਲੱਗਿਆ ਸੋ ਥਾਈ ਪਾਏ। ਕੋਈ ਗੱਲਾਂ ਕਰੇ ਕਨੇਰੀਆਂ, ਜੇਕਰ ਵਰਤ ਹੋਵੇ ਸਾਈ ਖਾਏ। ਬਿਨ ਸਤਿਗੁਰ ਸੋਚੀ ਨਾ ਪਵੈ, ਅਹੰਕਾਰ ਨਾ ਵਿੱਚੋਂ ਜਾਏ। ਅਹੰਕਾਰੀਆਂ ਨੂੰ ਦੁੱਖ ਭੁੱਖ ਹੈ, ਹੱਥ ਕੱਢੇ ਘਰ ਘਰ ਮੰਗਾਏ। ਕੂੜ ਠੱਗੀ ਉੱਚੀ ਨਾ ਰਹੇ, ਮੁਲੰਮਾ ਪਾਜ ਲੈ ਜਾਏ। ਹਾਂਜੀ, ਕੂੜ ਠੱਗੀ ਗੁੱਜੀ ਨਾ ਰਹੇ। ਗੁੱਜੀ ਦਾ ਅਰਥ ਹੈ ਲੁਕੀ ਹੋਈ, ਛੁਪੀ ਹੋਈ। ਕੂੜ ਝੂਠ, ਠੱਗੀ ਧੋਖਾ। ਕੂੜ ਠੱਗੀ ਗੁੱਜੀ ਨਾ ਰਹੇ, ਲੁਕੀ ਨਹੀਂ ਰਹਿਣੀ। ਨਾਲ ਅੱਗੇ ਸਤਿਗੁਰੂ ਨੇ ਸ਼ਬਦ ਵਰਤਿਆ ਮੁਲੰਮਾ ਪਾਜ। ਮੁਲੰਮਾ ਪਾਜ ਜਿਹੜੇ ਜਿਵੇਂ ਅਸੀਂ ਵੇਖਦੇ ਹਾਂ ਨਕਲੀ ਗਹਿਣੇ, ਜਿਨ੍ਹਾਂ ਨੂੰ ਬਾਹਰੋਂ ਅਸਲੀ ਬਣਾ ਕੇ ਪੇਸ਼ ਕਰਨ ਲਈ, ਭੁਲੇਖਾ ਪਾਉਣ ਲਈ, ਜਾਂ ਉਹਨਾਂ ਦੀ ਸਜਾਵਟ ਲਈ ਜਿਹੜਾ ਉਹਨਾਂ ਨੂੰ ਰੰਗ ਚਾੜਿਆ ਹੋਇਆ, ਮੁਲੰਮਾ ਪਾਜ। ਤੁਸੀਂ ਕਈ ਵਾਰ ਦੇਖਿਆ ਹੋਵੇਗਾ ਜਿਹੜਾ ਕੜਾ ਲੋਹੇ ਦਾ ਪਾਇਆ ਹੋਇਆ, ਇਹਦੇ ਉੱਤੇ ਸਟੀਲ ਦੀ ਇੱਕ ਪਾਣ ਚੜੀ ਹੋਈ ਆ, ਔਰ ਥੋੜਾ ਜਿਹਾ ਸਮਾਂ ਪਾਉਣ ਤੋਂ ਬਾਅਦ ਉਹ ਜਿਹੜਾ ਕੀਤਾ ਹੋਇਆ ਨਿੱਕਲ ਹੈ, ਜਿਹੜੀ ਉੱਤੇ ਚੜੀ ਹੋਈ ਪਾਣ ਹੈ, ਉਹਦੀਆਂ ਛਿਲਤਾਂ ਦੀਆਂ ਲਹਿੰਦੀਆਂ ਤੁਹਾਨੂੰ ਆਮ ਦਿਖਾਈ ਦੇਣਗੀਆਂ। ਉਹ ਸਟੀਲ ਨਹੀਂ ਸੀ, ਉਹ ਲੋਹਾ ਸੀ। ਬਹੁਤ ਸਾਰੇ ਗਹਿਣੇ ਨਕਲੀ ਵਰਤੇ ਜਾਂਦੇ ਆ, ਜਿਨ੍ਹਾਂ ਦੇ ਅਸਲੀ ਹੋਣ ਦਾ ਭੁਲੇਖਾ ਪਾਉਣ ਲਈ ਉਹਨਾਂ ਦੇ ਉੱਤੇ ਰੰਗ ਐਸਾ ਚਾੜਿਆ ਗਿਆ ਹੈ। ਸਤਿਗੁਰੂ ਕਹਿੰਦੇ ਨੇ ਕੂੜ ਠੱਗੀ ਗੁੱਜੀ ਨਾ ਰਹੇ, ਛੁਪੀ ਨਹੀਂ ਰਹਿਣੀ। ਤੇ ਇਦਾਂ ਹੀ ਜ਼ਾਹਰ ਹੋ ਜਾਣੀਆਂ ਜਿੱਦਾਂ ਗਹਿਣਿਆਂ ਦੇ ਉੱਤੇ ਚੜਿਆ ਹੋਇਆ ਭੁਲੇਖਾ ਪਾਉ ਰੰਗ ਲੈ ਜਾਂਦਾ। 2 ਦਿਨ 4 ਦਿਨ ਲਿਸ਼ਕ ਜੀ ਬਣੀ ਰਹਿੰਦੀ ਆ, ਆਖਰ ਉਹ ਫਿੱਕੇ ਪੈ ਜਾਂਦੇ ਆ, ਉਹ ਲਿਸ਼ਕ ਮਰ ਜਾਂਦੀ ਆ। ਉਤੋਂ ਚੜਾਇਆ ਹੋਇਆ ਮੁਲੰਮਾ ਉਹ ਲੈ ਜਾਂਦਾ, ਪਾਣ ਉਹਨਾਂ ਦੀ ਲੈ ਜਾਂਦੀ ਆ, ਖਤਮ ਹੋ ਜਾਂਦੀ ਆ। ਹਾਂਜੀ, ਜਿਸ ਹੋਵੇ ਪੂਰਬ ਲਿਖਿਆ, ਤਿਸ ਸਤਿਗੁਰ ਮਿਲੇ ਪ੍ਰਭ ਆਏ।
ਜਿਉ ਲੋਹਾ ਪਾਰਸ ਭੇਟੀਐ ਮਿਲ ਸੰਗਤ ਸਵਰਨ ਹੋਏ ਜਾਏ। ਵਾਹ। ਜਨ ਨਾਨਕ ਕੇ ਪ੍ਰਭ ਤੂੰ ਤਣੀ ਜਿਉ ਪਾਵੈ ਤਿਵੇਂ ਚਲਾਏ। ਪੌੜੀ ਜਿਨ ਹਰ ਹਿਰਦੇ ਸੇਵਿਆ ਤਿਨ ਹਰ ਆਪ ਮਿਲਾਏ। ਗੁਣ ਕੀ ਸਾਧ ਤਿਨ ਸਿਉ ਕਰੀ ਸਭ ਆਪੁਣ ਸ਼ਬਦ ਜਲਾਏ। ਔਗਣ ਵਿਕਣ ਪੱਲਰੀ ਜਿਸ ਦੇਸ ਸੱਚੇ ਪਾਏ। ਬਲਿਹਾਰੀ ਗੁਰ ਆਪਣੇ ਜਿਨ ਔਗਣ ਮੇਟ ਗੁਣ ਪ੍ਰਗਟਿਆਏ। ਬਲਿਹਾਰੀ ਗੁਰ ਆਪਣੇ, ਗੁਰੂ ਤੋਂ ਬਲਿਹਾਰ ਹਾਂ, ਜਿਨ ਔਗਣ ਮੇਟ ਗੁਣ ਪ੍ਰਗਟੀ ਆਏ। ਹਾਂਜੀ। ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਏ। ਹਾਂਜੀ, ਨਛੱਤਰ ਸਿੰਘ ਜੀ ਤੁਸੀਂ ਕਰਿਓ। ਸ਼ਲੋਕ ਮਹਲਾ ਚੌਥਾ। ਸਤਿਗੁਰ ਵਿੱਚ ਵੱਡੀ ਵਡਿਆਈ ਜੋ ਅੰਨ ਦਿਨ ਹਰ ਹਰ ਨਾਮ ਧਿਆਵੈ। ਹਰ ਹਰ ਨਾਮ ਰਮਤ ਸੁਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੈ। ਹਰ ਨਾਮ ਤਾਣ ਹਰ ਨਾਮ ਦੀ ਬਾਣ ਹਰ ਨਾਮ ਰੱਖ ਕਰਾਵੈ। ਜੋ ਚਿਤ ਲਾਏ ਪੂਜੈ ਗੁਰ ਮੂਰਤ ਸੋ ਮਨ ਇੱਛੇ ਫਲ ਪਾਵੈ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸ ਕਰਤਾ ਮਾਰ ਦੇਵਾਵੈ। ਵਾਹ। ਫੇਰ ਉਹ ਵੇਲਾ ਉਸ ਹੱਥ ਨਾ ਆਵੈ। ਉਹ ਆਪਣਾ ਬੀਜਿਆ ਆਪੇ ਖਾਵੈ। ਨਰਕ ਘੋਰ ਮੁਖ ਕਾਲੇ ਖੜਿਆ ਜਿਉ ਤਸਕਰ ਪਾਏ ਗੜਾਵੈ। ਫਿਰ ਸਤਿਗੁਰ ਕੀ ਸ਼ਰਣੀ ਪਵੈ ਤਾਂ ਉਬਰੈ। ਜਾਂ ਹਰ ਹਰ ਨਾਮ ਧਿਆਵੈ। ਹਰ ਬਾਤਾਂ ਆਪ ਸੁਣਾਏ ਨਾਨਕ ਹਰ ਬਾਤਾਂ ਆਖ ਸੁਣਾਏ ਨਾਨਕ। ਇਕੱਠਾ ਰੱਖਣਾ ਪਏਗਾ। ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤੇ ਕਿਵੇਂ ਭਾਵੈ। ਮਹਲਾ ਚੌਥਾ। ਪੂਰੇ ਗੁਰ ਕਾ ਹੁਕਮ ਨਾ ਮੰਨੈ ਓ ਮਨੁੱਖ ਅਗਿਆਨ ਮੁਠਾ। ਉਹ ਮਨੁੱਖ ਅਗਿਆਨ ਮੁਠਾ ਦੇਖ ਮਾਇਆ। ਉਸ ਅੰਦਰ ਕੂੜੋ ਕਰ ਬੁਝੈ। ਅਣ ਹੁੰਦੇ ਝਗੜੇ ਦਈ ਉਸ ਦੇ ਗੜ ਪਾਇਆ। ਉਹ ਗਾਲ ਪਰੋਸੀ ਕਰੇ ਬਹੁ ਤੇਰੀ। ਗਲ ਨਹੀਂ ਗੱਲ। ਉਹ ਗੱਲ ਪਰੋਸੀ ਕਰੇ ਬਹੁ ਤੇਰੀ। ਉਸ ਦਾ ਬੋਲਿਆ ਕਿਸੇ ਨਾ ਪਾਇਆ। ਉਹ ਘਰ ਘਰ ਹੰਡੈ ਜਿਉ ਰੰਨ ਦੁਹਾਗਣਾ। ਉਸ ਨਾਲ ਮੁਖ ਜੋੜੇ ਉਸ ਵੀ ਲੱਛਣ ਲਾਇਆ। ਗੁਰਮੁਖ ਹੋਏ ਸੋ ਅਲਗ ਤੋਂ ਵਰਤੈ। ਉਸ ਦਾ ਪਾਸ ਛੱਡ ਗੁਰ ਪਾਸ ਪਹਿ ਜਾਇਆ। ਜੋ ਗੁਰ ਬੁੱਧੇ ਆਪਣਾ ਸੋ ਭਲਾ ਨਹੀਂ ਪੰਚੋ। ਓਨ ਲਾਹਾ ਮੂਲ ਸਭ ਗਵਾਇਆ। ਪਹਿਲਾ ਆਗਮ ਨਿਗਮ। ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ। ਪੂਰੇ ਗੁਰ ਕਾ ਬਚਨ ਉਪਰ ਆਇਆ। ਜਿੱਥੇ ਕਿਤੇ ਪਿਛਲੇ ਸ਼ਲੋਕ ਵਿੱਚ ਵੀ ਸੀਗਾ
ਨਾਨਕ ਦੇ ਕੱਕੇ ਨੂੰ ਔਂਕੜ ਆ ਰਿਹਾ ਹੈ, ਉਹ ਸੰਬੋਧਨ ਵਾਚਕ ਨਹੀਂ ਹੈ, ਸੰਬੰਧਕੀ ਹੈ। ਨਾਨਕ ਆਖ ਸੁਣਾਏ, ਨਾਨਕ ਆਖ ਕੇ ਸੁਣਾ ਰਿਹਾ ਹੈ। ਹੇ ਨਾਨਕ ਦੇ ਅਰਥਾਂ 'ਚ ਪਾਠ ਨਹੀਂ ਆਉਂਦਾ, ਧਿਆਨ ਰੱਖਣਾ ਜੀ। ਇੱਥੇ ਅੱਖਰਾਂ 'ਚ ਅਸੀਂ ਸੰਬੋਧਨ ਨਹੀਂ ਕਰ ਸਕਦੇ। ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ, ਪੂਰੇ ਗੁਰ ਕਾ ਬਚਨ ਉੱਪਰ ਆਇਆ। ਗੁਰ ਸਿੱਖਾਂ ਵਡਿਆਈ, ਭਾਵੈ ਗੁਰ ਪੂਰੇ ਕੀ। ਮਨ ਮੁਖਾਂ ਉਦਰੇੜਾ ਹੱਥ ਨਾ ਆਇਆ। ਪੌੜੀ। ਸੱਚ ਸੱਚਾ ਸਭ ਤੋਂ ਵੱਡਾ ਹੈ, ਸੋ ਲੈ ਜਿਸ ਸਤਿਗੁਰ ਟਿਕੇ। ਸੋ ਸਤਿਗੁਰ ਜੇ ਸੱਚ ਧਿਆਏਂਦਾ, ਸੱਚ ਸੱਚਾ ਸਤਿਗੁਰ ਟਿਕੇ। ਸੋਈ ਸਤਿਗੁਰ ਪੁਰਖ ਹੈ, ਜਿਨ ਪੰਜੇ ਦੂਤ ਕੀਤੇ ਵਸ ਛਿਕੇ। ਜੇ ਬਿਨ ਸਤਿਗੁਰ ਸੇਵੇ ਆਪ ਗਣਾਏਂਦੇ, ਤੇਰੇ ਅੰਦਰ ਕੂੜ ਠੇਠ ਠੇਠ ਮੋਹ ਫਿਕੇ। ਹੋਏ ਭੁਲੇ ਕਿਸੇ ਨਾ ਭਾਵਨੀ, ਮੂੰਹ ਕਾਲੇ ਸਤਿਗੁਰ ਤੇ ਝੁਕੇ। ਸ਼ਲੋਕ ਮਹਲਾ ਚੌਥਾ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਣੀ ਲਾਇਆ। ਗੁਰਮੁਖ ਬਖਸ਼ ਜਮਾਈਆ ਨਾ, ਮਨ ਮੁਖੀ ਮੂੜ ਗਵਾਇਆ। ਸਭ ਕੋ ਬੀਜੈ ਆਪਣੇ ਭਲੇ ਨੂੰ, ਹਰ ਭਾਵੈ ਸੋ ਖੇਤ ਜਮਾਇਆ। ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਹਰ ਅੰਮ੍ਰਿਤ ਪਾਇਆ। ਜਮ ਚੂਹਾ ਕਿਰਸਨਿਤ ਪੁਰਖ ਦਾ, ਹਰ ਕਰਤੈ ਮਾਰ ਕਢਾਇਆ। ਕਿਰਸਾਣੀ ਜੰਮੀ ਭਾਉ ਕਰ, ਹਰ ਬੋਲ ਬਖਸ਼ ਜਮਾਇਆ। ਇਨਕਾ ਕਾੜਾ ਅੰਦੇਸਾ ਸਭ ਲਾਹਿਓ, ਜਿਨੀ ਸਤਿਗੁਰ ਪੁਰਖ ਧਿਆਇਆ। ਜਨ ਨਾਨਕ ਨਾਮ ਅਰਤਿਆ, ਆਪ ਤਰਿਆ ਸਭ ਜਗਤ ਤਰਾਇਆ। ਮਹਲਾ ਚੌਥਾ। ਸਾਰਾ ਦਿਨ ਲਾਲਚ ਅਟਿਆ, ਮਨ ਮੁਖ ਭੋਰੇ ਗੱਲਾਂ। ਰਾਤੀ ਉਂਘੇ ਦੱਬਿਆ, ਨਵੇਂ ਸੋਚ ਸਭ ਢਿੱਲਾ। ਮਨ ਮੁਖਾਂ ਦੇ ਸਿਰ ਜੋਰਾ ਅਮਰ ਹੈ, ਨਿਤ ਦੇਵੇਂ ਭਲਾ। ਜੋਰਾਂ ਦਾ ਆਖਿਆ ਪੁਰਖ ਕਮਾਵੰਦੇ, ਸੇ ਅਪਵਿੱਤ ਅਮੇਦ ਖੜਾ। ਕਾਮ ਵਿਆਪੇ ਕੁਸ਼ੋਦ ਨਾਰ, ਸੇ ਜੋਰਾ ਪੁੱਛ ਚੱਲਾ। ਸਤਿਗੁਰ ਕਹਿ ਆਖੇ ਜੋ ਚੱਲੇ, ਸੋ ਸਤ ਪੁਰਖ ਪੜ ਭਲਾ। ਜੋਰਾ ਪੁਰਖ ਸਭ ਆਪ ਉਪਾਇਨਾ, ਹਰ ਖੇਲ ਸਭ ਖਿਲਾ। ਸਭ ਤੇਰੀ ਬਣਤ ਬਣਾਵਣੀ, ਨਾਨਕ ਭਾਵ ਭਲਾ। ਪੌੜੀ। ਤੂੰ ਵੇ ਪਰਵਾਹ ਅਥਾ ਹੈ, ਅਤੁਲ ਕਿਉਂ ਤੁਲਿਐ। ਸੇ ਵਡ ਭਾਗੀ ਜੇ ਤੁਧ ਧਿਆਏਂਦੇ, ਜਿਨ ਸਤਿਗੁਰ ਮਿਲੀਐ। ਸਤਿਗੁਰ ਕੀ ਬਾਣੀ ਸਤ ਸਰੂਪ ਹੈ,
ਗੁਰਬਾਣੀ ਬਣੀਐ ਸਤਿਗੁਰ ਕੀ ਰਿਸੈ ਹੋਰ ਕੱਚ ਟਿਚ ਬੋਲਦੇ ਸੇ ਕੂੜਿਆਰ ਕੂੜੇ ਛੜ ਖੜੀਐ ਉਹਨਾਂ ਅੰਦਰ ਹੋਰ ਮੁਖ ਹੋਰ ਹੈ ਵੇਖ ਮਾਇਆ ਨੋ ਚੱਕ ਮਰਦੇ ਘੜੀਐ ਸ਼ਲੋਕ ਮਹਲਾ ਚੌਥਾ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਕਾਲੇ ਜਿਨ ਅੰਦਰ ਕਪਟ ਵਿਕਾਰ ਝੂਠ ਹੋਏ ਆਪ ਸੱਚੇ ਵਕ ਕਢੇ ਜਜਮਾਲੇ ਹੋਏ ਆਪੇ ਸੱਚੈ ਹੋਏ ਆਪੇ ਸੱਚੇ ਵਕ ਕਢੇ ਜਜਮਾਲੇ ਸਚਿਆਰ ਸਿੱਖ ਬਹਿ ਸਤਿਗੁਰ ਪਾਸ ਕਾਲਨ ਉੜਿਆਰ ਨਾ ਲੱਭਣੀ ਕਿਤੇ ਕਿਤੇ ਥਾਏ ਭਾਲੇ ਜਿਨ੍ਹਾਂ ਅੰਦਰ ਸਤਿਗੁਰ ਕਾ ਆਖਿਆ ਸੁਖਾਵੇ ਨਾਹੀ ਜਿਨ੍ਹਾਂ ਅੰਦਰ ਨਹੀਂ ਜਿਨ੍ਹਾਂ ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੇ ਨਾਹੀ ਤਿਨਾ ਮੁਖ ਭਲੇਰੇ ਤਿੰਨਾ ਮੂੰਹ ਭਲੇਰੇ ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੇ ਨਾਹੀ ਤਿਨਾ ਮੁਖ ਭਲੇਰੇ ਫਿਰੇ ਦਈ ਗਲੇ ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚਰਕ ਵੇਰਾਈਨਾ ਮਨ ਮੁਖ ਬੇਤਾਲੇ ਸਤਿਗੁਰ ਨੂੰ ਮਿਲੇ ਸੋ ਆਪਣਾ ਮਨ ਥਾਏ ਰੱਖੈ ਉਹ ਆਪ ਵਰਤੈ ਆਪਣੀ ਮਤ ਨਾਲੇ ਜਨ ਨਾਨਕ ਇਕ ਨਾ ਗੁਰ ਮੇਲ ਸੁਖ ਦੇਵੈ ਇਕ ਆਪੇ ਵੰਡ ਕਢੇ ਠਗ ਵਾਲੇ ਮਹਲਾ ਚੌਥਾ ਜਿਨ੍ਹਾਂ ਅੰਦਰ ਨਾਮ ਨਿਧਾਨ ਹਾਰ ਤਿਨ ਕੇ ਕਾਜ ਦਈ ਆਂਦੇ ਰਾਸ ਤੇਨਾ ਚੁੱਕੀ ਮੁਹਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੈ ਸ਼ਾਬਾਸ ਸ਼ਾਹ ਪਾਤਸ਼ਾਹ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੈ ਰਹਿਰਾਸ ਗੁਰਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵ ਅਤੁਲ ਸੁਖ ਪਾਇਆ ਗੁਰਪੂਰੇ ਦਾਨ ਦਿਆ ਹਰ ਨਿਹਚਲ ਨਿਤ ਬਖਸ਼ੇ ਚੜੇ ਸਵਾਇਆ ਕੋਈ ਨਿੰਦਕ ਵਡਿਆਈ ਦੇਖ ਨਾ ਸਕੈ ਸੋ ਕਰਤੈ ਆਪ ਬਚਾਇਆ ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਪੌੜੀ ਤੂੰ ਸਾਹਿਬ ਅਗੰਮ ਦਿਆਲ ਹੈ ਵੱਡ ਦਾਤਾ ਦਾਣਾ ਤੁਧ ਜੀਵੜ ਮੈਂ ਹੋਰ ਕੋ ਦਿਸ ਨਾ ਆਵਈ ਤੂੰ ਹੈ ਸੁਘਾੜ ਮੇਰੇ ਮਨ ਭਾਣਾ ਮੋਹ ਕੁਟੰਬ ਦਿਸ ਆਉਂਦਾ ਸਦ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਭੋਰਤ ਚਿਤ ਲਾਈ ਦੇ ਸੇ ਕੂੜਿਆਰ ਕੂੜਾ ਤਿਨ ਮਾਣਾ ਨਾਨਕ ਸੱਚ ਧਿਆਏ ਤੂੰ ਬਿਨ
सचे पच पच हुए अजाना सो महला चौथा। अगों दे सत भाव ना दिचै पिछे दे आखिया। ਪਿੱਛੋਂ ਦੇ ਆਖਿਆ। अगों दे सत भाव ना दिचै पिछों दे आखिया। काम ना आवे अद विच फिरै मनुख विचारा। गली क्यों सुख पावे जिस अंदर प्रीत नहीं सतगुर की। सो कूड़ी आवे कूड़ी जावे। जे कृपा करे मेरा हर प्रभ करता तां सतगुर पार ब्रह्म नदरी आवे। तां अप्यो पीवै शब्द गुर केरा। सब काड़ा अंदेशा भरम चुकावे। सदा आनंद रहे दिन राती जन नानक अनबिन हर गुण गावे। महला चौथा। गुर सतगुर का जो सिख अखाए। ਜਿਹੜਾ ਅਸੀਂ ਸ਼ਲੋਕ ਪਿਛਲਾ ਪੜ ਰਹੇ ਹਾਂ ਜੀ, ਉਹਦੇ ਆਰੰਭ 'ਚ ਸਤਿਗੁਰੂ ਜੀ ਦੇ ਪਾਵਨ ਬੋਲ ਅੱਗੋਂ ਦੇ ਸਤ ਭਾਉ ਨਾ ਦਿਚੈ ਪਿੱਛੋਂ ਦੇ ਆਖਿਆ ਕੰਮ ਨਾ ਆਵੇ। ਅੱਧ ਵਿੱਚ ਫਿਰੈ ਮਨਮੁਖ ਵਿਚਾਰਾ ਗੱਲੀ ਕਿਉਂ ਸੁਖ ਪਾਵੇ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸਤਿਗੁਰੂ ਜੀ ਦੇ ਇਹਨਾਂ ਪਾਵਨ ਬੋਲਾਂ ਦੀ ਵਿਚਾਰ ਕਰਦਿਆਂ ਅਰਥ ਕਰਦਿਆਂ ਲਿਖਿਆ ਅੱਗੋਂ ਦੇ ਸਤ ਭਾਉ ਨਾ ਦਿਚੈ। ਤੇ ਪ੍ਰੋਫੈਸਰ ਸਾਹਿਬ ਲਿਖਦੇ ਨੇ ਮਨ ਦਾ ਮੁਰੀਦ ਮਨੁੱਖ, ਮਨ ਦੇ ਪਿੱਛੇ ਚੱਲਣ ਵਾਲਾ ਮਨੁੱਖ ਪਹਿਲਾਂ ਤਾਂ ਗੁਰੂ ਦੇ ਬਚਨਾਂ ਨੂੰ ਆਦਰ ਨਹੀਂ ਦਿੰਦਾ। ਪਹਿਲਾਂ ਤਾਂ ਗੁਰੂ ਦੇ ਬਚਨਾਂ ਨੂੰ ਆਦਰ ਨਹੀਂ ਦਿੰਦਾ। ਪਿੱਛੋਂ ਉਸ ਦੇ ਆਖਣ ਦਾ ਕੋਈ ਲਾਭ ਨਹੀਂ ਹੁੰਦਾ। ਪਿੱਛੋਂ ਉਸ ਦੇ ਆਖਣ ਦਾ ਕੋਈ ਲਾਭ ਨਹੀਂ ਹੁੰਦਾ। ਜਦੋਂ ਮੌਕਾ ਉਦੋਂ ਸਾਂਭਿਆ ਨਹੀਂ, ਫਿਰ ਕਹਿੰਦੇ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਂਦਾ ਉਹਦਾ ਕੋਈ ਲਾਭ ਨਹੀਂ। ਉਹ ਅਭਾਗਾ ਦੁਚਿੱਤਾਪਣ ਵਿੱਚ ਹੀ ਭਟਕਦਾ ਹੈ। ਉਹ ਅਭਾਗਾ ਦੁਚਿੱਤੇਪਣ ਵਿੱਚ ਹੀ ਭਟਕਦਾ ਹੈ। ਜੇ ਸ਼ਰਧਾ ਪਿਆਰ ਨਾ ਹੋਵੇ ਤਾਂ ਨਿਰੀਆਂ ਗੱਲਾਂ ਕਰਕੇ ਕਿਵੇਂ ਸੁੱਖ ਮਿਲ ਜਾਏ। ਜਿਸ ਦੇ ਹਿਰਦੇ ਵਿੱਚ ਸਤਿਗੁਰੂ ਦਾ ਪਿਆਰ ਨਹੀਂ, ਉਹ ਲੋਕਾਚਾਰੀ ਗੁਰੂ ਦੇ ਦਰ ਤੇ ਆਉਂਦਾ ਜਾਂਦਾ ਹੈ। ਉਸ ਦਾ ਆਉਣ ਜਾਣ ਲੋਕਾਚਾਰੀ ਹੀ ਹੈ। ਉਹ ਸਿਰਫ ਲੋਕਾਚਾਰੀ ਦੇ ਤੌਰ ਤੇ ਆਉਂਦਾ ਜਾਂਦਾ ਹੈ, ਸਤਿਗੁਰੂ ਨਾਲ ਪਿਆਰ ਦੇ ਤੌਰ ਤੇ ਨਹੀਂ ਆਉਂਦਾ ਜਾਂਦਾ। ਤੋ ਧਿਆਨ ਰੱਖਿਓ ਜੀ, ਸਤਿਗੁਰੂ ਜੀ ਨੇ ਜਿਹੜੇ ਉਪਦੇਸ਼ ਬਖਸ਼ਿਸ਼ ਕੀਤੇ ਆ ਉਹ ਸਾਡੇ ਧਿਆਨ ਵਿੱਚ ਰਹਿਣੇ ਚਾਹੀਦੇ ਆ, ਸਾਡੇ ਸਮਝ ਵਿੱਚ ਰਹਿਣੇ ਚਾਹੀਦੇ ਆ, ਤਾਂ ਕਿ ਜਿੱਥੇ ਵੀ ਕਿਤੇ ਸਾਨੂੰ ਕੋਈ ਕਮੀ ਲੱਗਦੀ ਹੈ ਉਸ ਨੂੰ ਦੂਰ ਕੀਤਾ ਜਾ ਸਕੇ ਔਰ ਸਤਿਗੁਰੂ ਜੀ ਨਾਲ ਸਾਡਾ ਪਿਆਰ ਬਣ ਸਕੇ। ਹਾਂਜੀ। महला चौथा। गुर सतगुर का जो सिख अखाए सो भर के उठ हर नाम ध्यावै। उदम करे पढ़ के प्रभाती इशनान करे अमृत सरनावै। उपदेश गुरु हर हर जप जपै सब किल विक पाप दोख लह जावै। फिर चढ़े दिवस गुरबाणी गावै बहंदिया उठदिया हर नाम ध्यावै। जो सास गिरास ध्याए मेरा हर हर सो गुर सिख गुरु मन पावै। जिसनो
ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰ ਨਾਮ ਜਪਾਵੇ। ਪੌੜੀ। ਜੋ ਤੁਧ ਸੱਚ ਧਿਆਏ ਦੇ, ਸੇ ਬਿਰਲੇ ਥੋੜੇ, ਜੋ ਮਨ ਚਿਤ ਇਕ ਆਰਾਧ ਦੇ। ਦਿਨ ਕੀ ਬਰਕਤ ਖਾਣੇ ਅਸੰਖ ਕਰੋੜੇ, ਤੁਧ ਨੂੰ ਸਭ ਧਿਆਏ ਦੀ, ਸੇ ਥਾਏ ਪਏ ਜੋ ਸਾਡੇ ਬਲੋੜੇ। ਜੋ ਬਿਨ ਸਤਿਗੁਰ ਸੇਵੇ, ਖਾਂਦੇ ਪਹਿਨਦੇ, ਸੇ ਮੁਏ ਮਰ ਜੰਮੇ ਕੋੜੇ। ਹੋਏ ਹਾਜ਼ਰ ਮਿੱਠਾ ਬੋਲਦੇ, ਬਾਹਰ ਵਿਸ ਕੱਢੇ ਮੁਖ ਘੋੜੇ। ਮਨ ਕੋਟੇ ਦਈ ਵਿਛੋੜੇ। ਸਲੋਕ ਮਹਲਾ ਚੌਥਾ। ਮਲ ਜੂਈ ਭਰਿਆ, ਨੀਲਾ ਕਾਲਾ ਕਿਦੋਲੜਾ, ਤੇਨਾ ਵੇਮੁਖ ਵੇਮੁਖ ਨੋ ਪਾਇਆ। ਪਾਸ ਨਾ ਦੇਈ ਕੋਈ ਬਾਣ, ਜਗਤ ਮੈਂ ਬਹਿਣ। ਪਾਸ ਨਾ ਦੇਈ ਕੋਈ ਬਹਿਣ, ਜਗਤ ਮੈਂ। ਠੀਕ ਹੈ। ਪਾਸ ਨਾ ਦੇਈ ਕੋਈ ਬਹਿਣ, ਜਗਤ ਮੈਂ। ਤੂੰ ਪੜ ਸਗਵੀ ਮਲ ਲਾਏ ਮਨ ਤੇ ਆਇਆ। ਇਹ ਸ਼ਲੋਕ ਜਿਹੜਾ ਅਸੀਂ ਪਾਠ ਕਰ ਰਹੇ ਹਾਂ ਜੀ, ਆਪ ਜੀ ਕੋਸ਼ਿਸ਼ ਕਰਨਾ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਜੀਵਨੀ ਨੂੰ ਪੜ੍ਹਨਾ। ਉਹਨਾਂ ਦਾ ਜੀਵਨ ਇਤਿਹਾਸ ਪੜ੍ਹੋਗੇ, ਆਪ ਜੀ ਨੂੰ ਇੱਕ ਘਟਨਾ ਗੋਇੰਦਵਾਲ ਦੇ ਅਸਥਾਨ ਤੋਂ, ਜੋ ਉੱਥੇ ਵਿਰੋਧ ਕਰਨ ਵਾਲਿਆਂ ਨੇ ਗੁਰੂ ਅਮਰਦਾਸ ਜੀ ਦਾ ਵਿਰੋਧ ਕੀਤਾ, ਉਹ ਘਟਨਾ ਪੜ੍ਹਨ ਨੂੰ ਮਿਲੇਗੀ। ਇਹ ਜਿਹੜਾ ਸ਼ਲੋਕ ਅਸੀਂ ਪੜ੍ਹ ਰਹੇ ਹਾਂ, ਇਹਦੇ 'ਚ ਜ਼ਿਕਰ ਆਇਆ, ਮਲ ਜੋਈ ਭਰਿਆ, ਨੀਲਾ ਕਾਲਾ ਖਿਦੋਲੜਾ, ਤਿੰਨ ਵੇਮੁਖ, ਉਸ ਵੇਮੁਖ ਨੇ ਵੇਮੁਖੈ ਨੋ ਪਾਇਆ। ਗੋਇੰਦਵਾਲ ਦਾ ਚੌਧਰੀ ਮਰਵਾਹਾ, ਜਿਸ ਵਿਅਕਤੀ ਕੋਲੋਂ ਸਤਿਗੁਰੂ ਨੇ ਜ਼ਮੀਨ ਲਈ, ਉਸ ਦਾ ਨਾਂ ਹੈ ਗੋਵਿੰਦਾ ਚੌਧਰੀ। ਚੌਧਰੀ ਗੋਵਿੰਦਾ। ਚੌਧਰੀ ਗੋਵਿੰਦੇ ਦਾ ਪੁੱਤਰ ਚੌਧਰੀ ਮਰਵਾਹਾ ਚੁੱਕਣਾ ਵਿੱਚ ਆ ਕੇ ਗੁਰੂ ਅਮਰਦਾਸ ਜੀ ਦੇ ਖਿਲਾਫ ਇਹ ਅਕਬਰ ਦੇ ਦਰਬਾਰ 'ਚ ਸ਼ਿਕਾਇਤ ਕਰਨ ਲਈ ਪਹੁੰਚਿਆ। ਤੇ ਅਕਬਰ ਦੇ ਦਰਬਾਰ ਦਾ ਇੱਕ ਨੇਮ ਸੀਗਾ, ਉਹਨੇ ਇੱਕ ਸਿਸਟਮ ਬਣਾਇਆ ਸੀਗਾ ਕਿ ਜਿਸਨੇ ਵੀ ਦਰਬਾਰ 'ਚ ਜਿਹੜਾ ਉਹਨਾਂ ਨੇ ਸਮਾਂ ਬਣਾਇਆ ਹੋਏਗਾ ਕਿ ਇੱਥੇ ਕੋਈ ਫਰਿਆਦ ਲੈ ਕੇ ਹਾਜ਼ਰ ਹੋਣਾ ਹੈ ਫਰਿਆਦੀ ਨੇ, ਉਹ ਫਰਿਆਦੀ ਇੱਕ ਬਾਹਰ ਕੋਟ ਰੱਖਿਆ ਹੋਇਆ ਹੈ, ਕੋਈ ਇੱਕ ਪਾਉਣ ਵਾਲਾ ਉੱਪਰ ਦੀ ਸਰੀਰ ਦੇ ਉੱਤੇ ਧਾਰਨ ਕਰਨ ਵਾਲਾ ਕੋਈ ਗੌਨ ਰੱਖਿਆ ਹੋਇਆ ਹੈ, ਉਹਨੂੰ ਪਾ ਕੇ ਅੰਦਰ ਹਾਜ਼ਰ ਹੋ ਸਕਦਾ ਹੈ ਤੇ ਫਰਿਆਦ ਕਰ ਸਕਦਾ ਹੈ। ਚੌਧਰੀ ਮਰਵਾਹੇ ਨੇ ਆਪਣੇ ਨਾਲ ਆਪਣਾ ਇੱਕ ਸਾਥੀ ਖੜਿਆ ਤੇ ਉਹ ਜਿਹੜਾ ਅਕਬਰ ਦੇ ਦਰਬਾਰ ਵਿੱਚ ਕੋਟ ਪਾ ਕੇ ਫਰਿਆਦ ਕੀਤੀ ਜਾਣੀ ਆ, ਉਹ ਉਹਨੂੰ ਪਵਾਇਆ। ਸਤਿਗੁਰੂ ਗੁਰੂ ਰਾਮਦਾਸ ਜੀ ਇਹਦੀ ਗਵਾਹੀ ਦੇ ਰਹੇ ਨੇ। ਇੱਕ ਤਾਂ ਕੋਟ ਸਰਕਾਰੀ ਹੈ, ਦੂਜਾ ਸਾਂਝਾ ਹੈ। ਸੰਭਾਲ ਕੌਣ ਕਰੇ? ਜਿਹੜਾ ਵਰਤਦਾ ਪਾ ਕੇ ਉੱਥੇ ਸੁੱਟ ਆਉਂਦਾ ਹੈ, ਟੰਗਿਆ ਹੋਇਆ ਹੈ। ਜਿਹੜਾ ਕੋਈ ਜਾਂਦਾ ਪਾਉਂਦਾ, 2 ਮਿੰਟ ਪਾਉਂਦਾ, 4 ਮਿੰਟ ਪਾਉਂਦਾ, ਫਰਿਆਦ ਕਰਦਾ ਤੇ ਵਾਪਸ ਆ ਜਾਂਦਾ। ਸਰਕਾਰੀ ਚੀਜ਼ ਹੈ, ਸਾਂਝੀ ਚੀਜ਼ ਹੈ, ਕੋਈ ਨਹੀਂ ਸੰਭਾਲਦਾ। ਤੇ ਸਤਿਗੁਰੂ ਕਹਿੰਦੇ ਮੈਲ ਨਾਲ ਭਰਿਆ ਹੋਇਆ ਹੈ, ਜੂਆਂ ਦਾ ਭਰਿਆ ਹੋਇਆ ਹੈ, ਜਾਨੀ ਉਹਦੇ 'ਚ ਜੀ ਪੈ ਚੁੱਕੇ ਆ।
ਉਹ ਜਿਹੜਾ ਸਰਕਾਰੀ ਕੱਪੜਾ ਆ ਨਾ, ਜਿਹੜਾ ਸਰੀਰ ਤੇ ਪਾ ਕੇ ਅੰਦਰ ਫਰਿਆਦ ਕਰਨੀ ਆ, ਨੀਲਾ ਰੰਗ ਨੀਲਾ ਹੈ, ਪਰ ਮੈਲ ਨਾਲ ਕਾਲਾ ਹੋਇਆ ਹੈ। ਮਲ ਜੋਈ ਭਰਿਆ ਨੀਲਾ ਕਾਲਾ ਖਿਦੋਲੜਾ, ਤਿੰਨ ਵੇਮੁਖ ਚੌਧਰੀ ਮਰਵਾਹੇ ਨੇ। ਉਸ ਵੇਮੁਖ ਨੇ ਵੇਮੁਖੈ ਨੂੰ ਪਾਇਆ, ਨਾਲ ਦੇ ਸਾਥੀ ਨੂੰ ਪਵਾਇਆ ਕਿ ਤੂੰ ਪਾ ਲਾ। ਅੰਦਰ ਹਾਜ਼ਰ ਹੋਏ। ਅਕਬਰ ਨੇ ਫਰਿਆਦ ਸੁਣੀ। ਅਕਬਰ ਨੇ ਫਰਿਆਦ ਦੀ ਪੜਤਾਲ ਕੀਤੀ। ਪੜਤਾਲ ਦੇ ਦੌਰਾਨ ਪਤਾ ਲੱਗਾ ਕਿ ਜੋ ਇਹ ਕਹਿ ਰਹੇ ਨੇ ਕਿ ਇਹ ਜ਼ਮੀਨ ਜਿਹੜੀ ਹੈ ਉਹ ਸਾਡੀ ਹੈ, ਸਾਡੇ ਨਾਂ ਤੇ ਹੈ, ਗੁਰੂ ਅਮਰਦਾਸ ਨੇ ਦੱਬ ਲਈ ਹੈ, ਗੋਇੰਦਵਾਲ ਵਾਲੀ। ਅਕਬਰ ਨੇ ਪੜਤਾਲ ਕਰਕੇ ਇਹਨਾਂ ਦੋਵਾਂ ਦਾ ਜੋ ਹਾਲ ਕੀਤਾ, ਜੋ ਇਹਨਾਂ ਦਾ ਹਸ਼ਰ ਹੋਇਆ, ਜੋ ਇਹਨਾਂ ਨੂੰ ਮੂੰਹ ਦੀ ਖਾਣੀ ਪਈ, ਜਿੱਦਾਂ ਇਹ ਉਥੋਂ ਬੇਇੱਜ਼ਤ ਹੋ ਕੇ ਨਿਕਲੇ, ਜਿੱਦਾਂ ਇਹਨਾਂ ਨੂੰ ਕੱਢਿਆ ਗਿਆ, ਉਹ ਹਵਾਲਾ ਗੁਰੂ ਰਾਮਦਾਸ ਜੀ ਨੇ ਆਪਣੀ ਇਸ ਬਾਣੀ ਦੇ ਰਾਹੀਂ, ਸ਼ਲੋਕ ਦੇ ਰਾਹੀਂ ਸਾਡੇ ਸਾਹਮਣੇ ਲਿਆਂਦਾ। ਚੇਤਾ ਰੱਖਿਓ, ਚੌਧਰੀ ਮਰਵਾਹਾ ਤੇ ਇੱਕ ਉਹਦਾ ਸਾਥੀ ਹੈ। ਗੁਰੂ ਅਮਰਦਾਸ ਜੀ ਦੇ ਖਿਲਾਫ ਸ਼ਿਕਾਇਤਾਂ ਹੁੰਦੀਆਂ ਹੀ ਰਹੀਆਂ। ਇੱਕ ਸ਼ਿਕਾਇਤ ਹੋਰ ਵੀ ਹੋਈ ਸੀ। ਜਦੋਂ ਅਕਬਰ ਗੋਇੰਦਵਾਲ ਆਇਆ ਤਾਂ ਗੋਇੰਦਵਾਲ ਆ ਕੇ ਅਕਬਰ ਨੇ ਗੁਰੂ ਅਮਰਦਾਸ ਜੀ ਨੂੰ ਸੁਨੇਹਾ ਭੇਜਿਆ ਕਿ ਤੁਹਾਡੇ ਖਿਲਾਫ ਇੱਕ ਸ਼ਿਕਾਇਤ ਹੈ ਮੇਰੇ ਕੋਲ, ਤੁਸੀਂ, ਮੈਂ ਲਾਹੌਰ ਆਇਆ, ਇਸ ਤਰੀਕ ਨੂੰ ਇਸ ਦਿਨ ਇੱਥੇ ਪੇਸ਼ ਹੋਵੋ। ਗੁਰੂ ਅਮਰਦਾਸ ਆਪ ਦਾ ਨਾਂ ਹੈ, ਲੇਕਿਨ ਬਾਣੀ ਦੀ ਪੋਥੀ ਦੇ ਕੇ ਸਤਿਕਾਰਯੋਗ ਭਾਈ ਜੇਠਾ ਜੀ ਨੂੰ ਲਾਹੌਰ ਭੇਜਿਆ। ਜਿੰਨੇ ਪੰਡਿਤ ਕਾਜੀ ਜਿਨ੍ਹਾਂ ਨੇ ਸ਼ਿਕਾਇਤ ਲਿਖ ਕੇ ਦਿੱਤੀ ਸੀ, ਸਾਹਮਣੇ ਨਾਲ ਬਿਠਾਏ ਦਰਬਾਰ ਦੇ ਅੰਦਰ। ਜਿੰਨੇ ਉਹ ਸਵਾਲ ਉਹਨਾਂ ਦੇ ਸੀ, ਉਹ ਸਾਰੇ ਸਵਾਲ ਹੋਏ। ਉਹਨਾਂ ਦਾ ਉੱਤਰ ਬਾਬਾ ਜੇਠਾ ਜੀ ਕੋਲੋਂ ਮੰਗਿਆ ਗਿਆ। ਬਾਬਾ ਜੇਠਾ ਜੀ ਨੇ ਸਾਰੇ ਉੱਤਰ ਬਾਖੂਬੀ ਦਿੱਤੇ, ਤਸੱਲੀ ਕਰਾਈ। ਜਿੱਥੇ ਜਿੱਥੇ ਇਹ ਵੀ ਕਿਹਾ ਗਿਆ ਕਿ ਬਾਣੀ ਦੇ ਵਿੱਚ ਇਸਲਾਮ ਦੇ ਜਾਂ ਹਿੰਦੂ ਧਰਮ ਦੇ ਖਿਲਾਫ ਇਦਾਂ ਸਾਰਾ ਕੁਝ ਲਿਖਿਆ ਹੋਇਆ, ਉਹ ਪੋਥੀ ਦੀ ਪੜਤਾਲ ਵੀ ਹੋਈ। ਅਖੀਰ ਇਸ ਨਤੀਜੇ ਤੇ ਪਹੁੰਚੇ, ਅਕਬਰ ਨੇ ਭਰੇ ਦਰਬਾਰ ਦੇ ਅੰਦਰ ਇਹਨਾਂ ਕਾਜ਼ੀਆਂ ਮੁਲਾਣਿਆਂ ਨੂੰ ਲਾਹਣਤਾਂ ਪਾਈਆਂ, ਦੁਰਕਾਰਿਆ, ਔਰ ਇਸ ਗੱਲੋਂ ਵੀ ਆਗਾਹ ਕੀਤਾ ਕਿ ਜੇ ਦੁਬਾਰਾ ਇਦਾਂ ਦੀ ਝੂਠੀ ਕੋਈ ਸ਼ਿਕਾਇਤ ਲੈ ਕੇ ਹਾਜ਼ਰ ਹੋਏ, ਟਾਈਮ ਖਰਾਬ ਕੀਤਾ, ਤਾਂ ਵੇਖਿਓ ਹਸ਼ਰ ਹੋਰ ਕੀ ਹੁੰਦਾ ਹੈ। ਬਾਬਾ ਜੇਠਾ ਜੀ ਦਾ ਬੜਾ ਮਾਣ ਹੋਇਆ, ਸਤਿਕਾਰ ਹੋਇਆ। ਔਰ ਉਸ ਘਟਨਾ ਤੋਂ ਬਾਅਦ ਅਕਬਰ ਨੇ ਬਾਬਾ ਜੇਠਾ ਜੀ ਨੂੰ ਇਹ ਗੱਲ ਕਹੀ ਸੀ ਕਿ ਮੈਂ ਗੋਇੰਦਵਾਲ ਗੁਰੂ ਅਮਰਦਾਸ ਜੀ ਨੂੰ ਮਿਲਣਾ ਚਾਹੁੰਦਾ। ਉਸ ਘਟਨਾ ਤੋਂ ਬਾਅਦ ਔਰ ਬਾਬਾ ਜੇਠਾ ਜੀ ਨੇ ਪਿਆਰ ਨਾਲ ਹੀ ਕਿਹਾ ਸੀਗਾ ਕਿ ਸਤਿਗੁਰੂ ਹਰ ਵੇਲੇ ਹਾਜ਼ਰ ਨੇ, ਜਦੋਂ ਤੁਸੀਂ ਦਰਸ਼ਨ ਕਰਨਾ ਚਾਹੋ ਗੋਇੰਦਵਾਲ ਆ ਜਾਣਾ, ਕੋਈ ਗੱਲ ਨਹੀਂ। ਔਰ ਅਕਬਰ ਜਦੋਂ ਹੀ ਆਪਣੇ ਦਰਬਾਰ ਦੇ ਕੰਮਕਾਰ ਤੋਂ, ਇਸ ਮਸਲਿਆਂ ਤੋਂ ਵਿਹਲਾ ਹੋਇਆ, ਉਹ ਦਿੱਲੀ ਨੂੰ ਜਾਂਦਾ ਹੋਇਆ ਵਾਇਆ ਗੋਇੰਦਵਾਲ ਹੋ ਕੇ ਗੁਰੂ ਅਮਰਦਾਸ ਜੀ ਦੇ ਕੋਲ ਮਿਲ ਕੇ ਗਿਆ। ਔਰ ਜਿੱਦਣ ਗੁਰੂ ਅਮਰਦਾਸ ਜੀ ਨੂੰ ਮਿਲਿਆ, ਗੁਰੂ ਅਮਰਦਾਸ ਜੀ ਦੇ ਦਰਬਾਰ 'ਚ ਬੈਠ ਕੇ ਉਹਨੇ ਬੜੀਆਂ ਸਾਰੀਆਂ ਪੇਸ਼ਕਸ਼ਾਂ ਕੀਤੀਆਂ। ਮਹਾਰਾਜ ਕੀ ਚਾਹੀਦਾ ਦੱਸੋ, ਕੀ ਸੇਵਾ ਮੈਂ ਕਰ ਸਕਦਾ ਤੁਹਾਡੇ ਲਈ, ਕੀ ਮੇਰੇ ਹੁਕਮ ਕਰੋ ਤੁਸੀਂ, ਮੈਂ ਕੀ ਤੁਹਾਡੇ ਕਿਸ ਕੰਮ ਆ ਸਕਦਾ। ਔਰ ਆਪ ਜੀ ਨੂੰ ਇਤਿਹਾਸ ਪੜ੍ਹਦਿਆਂ ਪਤਾ ਲੱਗ ਜਾਏਗਾ, ਗੁਰੂ ਅਮਰਦਾਸ ਜੀ ਨੇ ਨਾ ਲੰਗਰ ਲਈ, ਨਾ ਆਪਣੇ ਲਈ, ਨਾ ਕਿਸੇ ਇੱਕ ਵਿਸ਼ੇਸ਼ ਵਿਅਕਤੀ ਲਈ, ਸਗੋਂ ਅਕਬਰ ਦੇ ਸਾਹਮਣੇ ਕੁਝ ਸਾਂਝੀਆਂ ਮੰਗਾਂ ਸਮਾਜ ਦੀਆਂ ਰੱਖੀਆਂ। ਪਹਿਲੀ ਗੱਲ, ਅਕਬਰ, ਜੇ ਤੂੰ ਸੱਚ ਹੀ ਕੁਝ ਕਰਨਾ ਚਾਹੁੰਦਾ ਹੈ, ਤੇਰੇ ਰਾਜ ਦੇ ਅੰਦਰ ਸਤੀ ਪ੍ਰਥਾ ਸਿਰਾਂ ਤੇ ਹੈ, ਸਿਰ ਤੇ ਹੈ, ਸਿਖਰ ਤੇ ਹੈ, ਇਹਨੂੰ ਰੋਕ। ਅਕਬਰ ਨੇ ਕਿਹਾ, ਮਹਾਰਾਜ ਸਤੀ ਪ੍ਰਥਾ ਲਈ ਕਾਨੂੰਨ ਬਣਾਵਾਂਗਾ, ਇਹ ਮੈਂ ਇੱਥੇ ਨਹੀਂ ਕਰ ਸਕਦਾ, ਦਿੱਲੀ ਜਾ ਕੇ ਰਾਜ ਦਰਬਾਰ 'ਚ ਬੈਠ ਕੇ ਇਹਦੇ ਬਾਰੇ ਕਾਨੂੰਨ ਬਣਾ ਕੇ ਮੈਂ ਇਹਨੂੰ ਲਾਗੂ ਕਰ ਦਿਆਂਗਾ, ਇਹ ਮੇਰਾ ਵਾਅਦਾ ਹੈ। ਔਰ ਅਕਬਰ ਨੇ ਦਿੱਲੀ ਜਾ ਕੇ ਕਾਨੂੰਨ ਬਣਾਇਆ ਔਰ ਸਤੀ ਪ੍ਰਥਾ ਦੇ ਵਿਰੋਧ ਵਿੱਚ ਸਖਤ ਕਦਮ ਚੁੱਕਿਆ ਉਹਨੇ। ਗੁਰੂ ਅਮਰਦਾਸ ਜੀ ਨੇ ਆਖਿਆ, ਜੇ ਤੂੰ ਕਰਨਾ ਚਾਹੁੰਦਾ, ਪੰਜਾਬ ਦੇ ਵਿੱਚ ਇਸ ਵਾਰੀ ਬਾਰਿਸ਼ ਨਹੀਂ ਹੋਈ, ਲੋਕਾਂ ਦੀ ਫਸਲ ਘੱਟ ਹੋਈ ਹੈ, ਕਿਸਾਨ ਦੁਖੀ ਨੇ, ਜੇ ਚਾਹੁੰਦਾ ਤੇ ਪੰਜਾਬ ਦਾ ਮਾਮਲਾ ਮਾਫ ਕਰ ਦੇ। ਪੰਜਾਬ ਦਾ ਮਾਮਲਾ
ਕਿਸਾਨਾਂ ਦਾ ਪੂਰਾ ਟੈਕਸ ਜਿਹੜਾ ਸੀ ਉਹ ਮੁਆਫ ਕਰਵਾਇਆ। ਬੜੇ ਸਾਰੇ ਕੰਮ ਸਤਿਗੁਰੂ ਗੁਰੂ ਅਮਰਦਾਸ ਨੇ ਸਮਾਜ ਦੇ ਉਹਦੇ ਸਾਹਮਣੇ ਰੱਖੇ ਕਿ ਇਹ ਕਰਨ ਵਾਲੀਆਂ ਗੱਲਾਂ ਨੇ, ਜਿਹੜੀਆਂ ਕਰਨ ਵਾਲੀਆਂ ਉਹ ਕਰ। ਲੰਗਰ ਤਾਂ ਸੰਗਤ ਦੇ ਸਹਿਯੋਗ ਨਾਲ ਚੱਲ ਹੀ ਰਿਹਾ ਹੈ ਤੇ ਚੱਲਦਾ ਹੀ ਰਹਿਣਾ ਹੈ। ਜਿਹੜੀਆਂ ਵੱਡੀਆਂ ਗੱਲਾਂ ਨੇ ਉਧਰ ਧਿਆਨ ਦੇ। ਤੋ ਇਹ ਵੀ ਇੱਕ ਸ਼ਿਕਾਇਤ ਸੀ ਕਿ ਗੁਰੂ ਅਮਰਦਾਸ ਜੀ ਦੇ ਖਿਲਾਫ ਜਿਹੜੀ ਦਰਬਾਰ 'ਚ ਹੋਈ। ਅੱਗੇ ਉਹਨਾਂ ਦਾ ਕੀ ਅਸਰ ਹੋਇਆ ਅਸੀਂ ਸ਼ਲੋਕ ਪੜ੍ਹਦੇ ਆ, ਨਾਲ ਵੇਖਦੇ ਆ। ਔਰ ਅਕਬਰ ਨੇ ਨਿਆਂ ਕਰਦਿਆਂ ਹੋਇਆਂ ਫੈਸਲਾ ਸੁਣਾਇਆ। ਅੱਜ ਦੇ ਰਾਜੇ ਵੀ ਦੇਖ ਲੈਣਾ, ਅੱਜ ਦਾ ਰਾਜ ਭਾਗ ਵੀ ਦੇਖ ਲੈਣਾ, ਅੱਜ ਦੇ ਸਾਡੇ ਪੱਗਾਂ ਦਾੜੀਆਂ ਵਾਲੇ ਰਾਜੇ ਵੀ ਦੇਖ ਲੈਣਾ। ਨਿਆਂ ਦੀਆਂ ਗੱਲਾਂ ਚੱਲਦੀਆਂ ਨੇ, ਗੁਰੂ ਦੇ ਨਿਆਂ ਦੀਆਂ ਹੀ ਚੱਲ ਰਹੀਆਂ ਨੇ। ਕਦੀ ਇਧਰੋਂ ਪਲਟੀ ਮਾਰ ਜਾਂਦੇ, ਕਦੀ ਇਧਰੋਂ ਪਲਟੀ ਮਾਰ ਜਾਂਦੇ ਆ। ਔਰ ਦੂਜੀ ਗੱਲ ਇੱਕ ਹੋਰ ਵੀ ਦੇਖਣ ਵਾਲੀ ਹੈ ਕਿ ਜਿੱਥੇ ਇੱਕ ਵਾਰੀ ਕਹਿ ਦਿੱਤਾ, ਜੇ ਰਾਜ ਦਰਬਾਰ ਮੇਰਾ ਖਿਆਲ ਹੈ ਕਿ ਸਾਡੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ, ਤਾਂ ਸਾਨੂੰ ਸਿੱਖਾਂ ਨੂੰ ਵੀ ਅਣਖ ਨਾਲ ਪਿਛਾਂਹ ਹਟ ਜਾਣਾ ਚਾਹੀਦਾ ਕਿ ਅਸੀਂ ਮੰਗਣਾ ਵੀ ਨਹੀਂ ਹੁਣ। ਜਿਹੜੇ ਬੰਦੇ ਵਾਰ-ਵਾਰ ਬੇਈਮਾਨੀ ਕਰ ਰਹੇ, ਵਾਰ-ਵਾਰ ਬੇਈਮਾਨੀਆਂ ਕਰ ਰਹੇ, ਉਹਨਾਂ ਦੇ ਅੱਗੇ ਘੜੀ ਮੁੜੀ ਹੱਥ ਜੋੜਨ ਦਾ ਵੀ ਕੀ ਫਾਇਦਾ ਹੋ ਸਕਦਾ? ਜਿਨ੍ਹਾਂ ਬੰਦਿਆਂ ਨੂੰ ਇੱਕ ਵਾਰੀ ਦੋ ਵਾਰੀ ਕਹਿਣ ਤੇ ਵੀ ਜ਼ਿੰਮੇਵਾਰੀ ਸਮਝ ਨਹੀਂ ਆ ਰਹੀ, ਉਹਨਾਂ ਕੋਲੋਂ ਲੈ ਕੀ ਸਕਦੇ? ਅੱਗੇ 84 ਵਾਲਾ ਵੀ ਇਹੀ ਕੁਝ ਹੋਇਆ, ਦੇ ਕਮਿਸ਼ਨ ਤੇ ਕਮਿਸ਼ਨ, ਦੇ ਸਿੱਟ ਤੇ ਸਿੱਟ, ਸਭ ਕੁਝ ਹੋਇਆ। ਕੀ ਨਿਕਲਿਆ ਉਹਦੇ ਚੋਂ? ਤੋ ਇਹ ਲੋਕ ਜਿਹੜੇ ਨੇ ਇਹ ਮੁੱਦੇ ਬਣਾ ਕੇ ਰੱਖਦੇ ਨੇ ਆਪਣੀਆਂ ਵੋਟਾਂ ਖਰੀਆਂ ਕਰਨ ਲਈ। ਪਰ ਸਾਡੇ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਇਹਨੇ ਪੱਗ ਬਦਲ ਲਈ, ਇਹਨੇ ਪੱਗ ਬਦਲ ਕੇ ਹੁਣ ਜਿਹੜਾ ਇਹ ਬੰਦਾ ਨਵੀਂ ਪੱਗ ਵਾਲਾ ਆ ਗਿਆ, ਇਹਨੇ ਕੁਝ ਕਰ ਦੇਣਾ। ਹੁਣ ਕੱਖ ਨਹੀਂ ਹੋਣਾ। ਜਿਹੜੇ ਬੰਦੇ ਸਾਡੇ ਅਜੇ ਵੀ ਭੁਲੇਖੇ 'ਚ ਆ ਕਿ ਕੁਛ ਇਦਾਂ ਹੋ ਜਾਊਗਾ, ਆਹ ਕੁਰਸੀ ਦਾ ਮੂੰਹ ਐਨੂੰ ਕਰਤਾ, ਸ਼ਾਇਦ ਇਦਾਂ ਹੋ ਜਾਣਾ, ਜਾਂ ਇਹਨੇ ਪੱਗ ਬਦਲ ਲਈ, ਇਹਨੇ ਇਦਾਂ ਕਰ ਦੇਣਾ, ਜਾਂ ਪਤਾ ਨਹੀਂ ਕੀ, ਕੁਛ ਨਹੀਂ ਹੋਏਗਾ। ਇਹ ਸਾਡੇ ਭੁਲੇਖੇ ਆ। ਪਿਛਲਾ ਸਾਰਾ ਰਿਕਾਰਡ ਕੱਢ ਕੇ ਦੇਖੋ, ਕਿਹੜੀ ਗੱਲ ਤੇ ਕਿਹੜਾ ਨਿਆਂ ਹੋਇਆ? ਕੁਛ ਨਹੀਂ ਹੋਇਆ। ਸਾਰੇ ਮਾਮਲੇ ਜਿਉਂ ਦੇ ਤਿਉਂ ਉਦਾਂ ਹੀ ਲਟਕਦੇ ਆ ਰਹੇ। ਚੰਡੀਗੜ੍ਹ ਵਾਲਾ ਮਸਲਾ ਹੱਲ ਹੋ ਗਿਆ, ਪਾਣੀਆਂ ਵਾਲੇ ਮਸਲੇ ਹੱਲ ਹੋ ਗਏ, ਪੰਜਾਬੀ ਬੋਲਦੇ ਇਲਾਕੇ ਮਿਲ ਗਏ, ਕੁਛ ਨਹੀਂ ਹੱਲ ਹੋਇਆ। ਮੁੱਦੇ ਤੇ ਮੁੱਦਾ, ਮੁੱਦੇ ਤੇ ਮੁੱਦਾ, ਮੁੱਦੇ ਤੇ ਮੁੱਦਾ, ਰੋਜ਼ ਨਵੇਂ ਤੋਂ ਨਵਾਂ ਮੁੱਦਾ ਖੜਾ ਕਰਕੇ ਪਿਛਲੇ ਭੁਲਾ ਦਿੰਦੇ, ਅਗਲਾ ਨਵਾਂ ਸ਼ੁਰੂ ਕਰ ਲੈਂਦੇ ਆ। ਤੋ ਇਹ ਸਾਰਾ ਰਲਾ ਮਿਲਾ ਕੇ ਰੋਲ ਘਚੋਲਾ ਪਾਇਆ ਜਾ ਰਿਹਾ। ਸਮਝਣ ਦੀ ਲੋੜ ਹੈ। ਇਹ ਮਤ ਸਮਝੋ ਕਿ ਸਾਡੇ ਵਾਲੇ ਪਾਸਿਓਂ, ਜਿਹੜੇ ਧਰਮ ਵਾਲੇ ਪਾਸਿਓਂ ਖਲੋ ਕੇ ਨਾਰੇ ਜਕਾਰੇ ਲਾ ਰਹੇ ਆ ਵੀ ਇਨਸਾਫ ਦਿਓ, ਇਨਸਾਫ ਦਿਓ, ਇਹ ਪੱਧਰੇ ਨੇ, ਇਹ ਵੀ ਨਹੀਂ ਪੱਧਰੇ। ਤੁਸੀਂ ਆ ਦੇਖਿਆ ਹੋਣਾ ਪਿੱਛੇ ਜੇ ਅਕਾਲ ਤਖਤ ਤੋਂ ਵੀ ਗੇਮ ਘਮਾਉਣ ਦੀ ਕੋਸ਼ਿਸ਼ ਹੋਈ ਹੈ ਵੀ ਇਹ ਤੇ ਸਿੱਖਾਂ ਨੇ ਕੀਤਾ, ਇਹਨਾਂ ਪ੍ਰਚਾਰਕਾਂ ਨੇ ਕੀਤਾ। ਨਹੀਂ ਟਲਦਾ, ਕੋਈ ਨਹੀਂ ਟਲ ਰਿਹਾ। ਸਾਰੇ ਉਸ ਮੁੱਦੇ ਨੂੰ ਰੋਲਣ ਤੇ ਹੀ ਲੱਗੇ ਹੋਏ ਨੇ। ਔਰ ਇੱਕ ਆ ਵੀ ਇਨਸਾਫ ਹੈ ਜਿਹੜਾ ਗੁਰੂ ਰਾਮਦਾਸ ਜੀ ਨੇ, ਖੌਰੇ ਕਿੰਨਾ ਕੁ ਪਸੰਦ ਆਇਆ, ਖੌਰੇ ਗੁਰੂ ਰਾਮਦਾਸ ਜੀ ਨੇ ਕੀ ਇਹਦੇ 'ਚ ਸੇਧ, ਇਹ ਤਾਂ ਸਤਿਗੁਰੂ ਦੀਆਂ ਸਤਿਗੁਰੂ ਜਾਣੇ, ਕੀ ਸਤਿਗੁਰੂ ਨੇ ਇਸ ਫੈਸਲੇ 'ਚੋਂ ਦੇਖਿਆ ਜਿਹੜਾ ਸਾਡੇ ਸਾਹਮਣੇ ਲਿਆਂਦਾ। ਇੱਕ ਹਸ਼ਰ, ਸ਼ਿਕਾਇਤ ਝੂਠੀ ਕਰਨ ਵਾਲਿਆਂ ਵਿਰੋਧੀਆਂ ਦਾ ਹਸ਼ਰ, ਤੇ ਦੂਜਾ ਨਿਆਂ ਵਾਲਾ ਪੱਖ। ਦੋਵੇਂ ਗੱਲਾਂ ਸਾਨੂੰ ਇਹਦੇ 'ਚੋਂ ਮਿਲਣਗੀਆਂ। ਆਓ ਵੇਖਦੇ ਹਾਂ ਜੀ। ਪਰਾਈ ਜੋ ਨਿੰਦਾ ਚੁਗਲੀ ਨੂੰ ਵੇਮੁਖ ਕਰਕੇ ਭੇਜਿਆ, ਉਥੇ ਵੀ ਮੂੰਹ ਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ। ਦੋਹਾਂ ਬੇਮੁਖਾਂ ਦਾ ਕਰਾਇਆ। ਦੋਹਾਂ ਬੇਮੁਖਾਂ ਦਾ ਕਰਾਇਆ। ਹਾਂਜੀ, ਉਥੇ ਵੀ ਮੂੰਹ ਕਾਲਾ, ਦੋਹਾਂ ਬੇਮੁਖਾਂ ਦਾ ਕਰਾਇਆ। ਉੱਥੇ ਵੀ ਮੂੰਹ ਕਾਲਾ ਹੋਇਆ ਦੋਵਾਂ ਦਾ। ਚੁਗਲੀ ਕਰਨ ਭੇਜਿਆ ਸੀ, ਲੂਤੀ ਲਾਉਣ ਭੇਜਿਆ ਸੀ, ਅੱਗ ਲਾਉਣ ਭੇਜਿਆ ਸੀ, ਦੋਵਾਂ ਦਾ ਮੂੰਹ ਕਾਲਾ ਹੋਇਆ ਜੀ। ਆੜ ਸੁਣਿਆ ਸਬਦ ਜਗਤ ਵਿੱਚ, ਭਾਈ ਵੇਮੁਖ ਸਣੇ ਨਫਰੇ, ਪੌੜੀ ਪਾਉਂਦੀ ਹਵਾ ਹੋਏ ਕੈ ਉੱਠ ਕਰ ਆਇਆ। ਤੜ ਤੁਰੰਤ ਉਸੇ ਵੇਲੇ ਸੁਣਿਆ ਸ਼ਬਦ ਜਗਤ ਵਿੱਚ, ਸਾਰੇ ਸੰਸਾਰ ਸਮਾਜ ਦੇ ਅੰਦਰ ਇੱਕਦਮ ਰੌਲਾ ਪੈ ਗਿਆ। ਅੱਗੇ ਬੇਮੁਖ ਸਣੇ ਨਫਰੇ, ਨੌਕਰ ਦੇ ਸਮੇਤ ਜਿਹਨੂੰ ਨਾਲ ਲੈ ਕੇ ਗਿਆ, ਜਿਹਨੂੰ ਉਹ ਗੰਦਾ ਕੱਪੜਾ ਜਿਹੜਾ ਉਹ ਪਵਾਇਆ ਗਿਆ, ਸਰਕਾਰੀ ਜਿਹਨੂੰ ਉਹ ਫਰਿਆਦ ਕਰਨ ਲਈ
ਕੋਟ ਪਵਾਇਆ ਗਿਆ। ਵੇਮੁਖ ਸਣੇ ਨਫਰੈ, ਪੌਲੀ ਪਾਉਂਦੀ ਫਾਵਾ ਹੋਏ ਕੈ, ਛਿੱਤਰ ਪੈਂਦਿਆਂ, ਜੁੱਤੀਆਂ ਵੱਜਦਿਆਂ, ਬੇਇੱਜ਼ਤੀ ਹੁੰਦਿਆਂ, ਪਾਗਲ ਹੋਏ, ਅਰਲ ਬਰਲ ਬੋਲਦੇ, ਉੱਠ ਘਰ ਆਇਆ, ਵਾਪਸ ਆਪਣੇ ਘਰ ਨੂੰ ਆ ਗਏ। ਅੱਗੇ ਸੰਗਤੀ ਕੁੜਮੀ ਵੇ ਮੁਖ ਰਣਾ ਨਾ ਮਿੜੈ। ਦੇਖੋ ਕਮਾਲ ਆ, ਤਾਂ ਇਹ ਉੱਥੇ ਗਏ, ਸ਼ੁਕਰ ਹੈ ਨਿਆਂ ਵੀ ਇਦਾਂ ਦਾ ਹੋਇਆ, ਉੱਥੋਂ ਵੀ ਬੇਇੱਜ਼ਤੀ ਹੋਈ। ਅੱਗੇ ਦੇਖੋ, ਅੱਗੇ ਸੰਗਤੀ ਕੁੜਮੀ, ਕੁੜਮ ਜਿਹੜੀ ਉਹਦੀ ਰਿਸ਼ਤੇਦਾਰੀਆਂ ਨੇ, ਸੰਗਤਾਂ ਵਿੱਚ ਵੀ, ਕੁੜਮਾਂ ਵਿੱਚ ਵੀ, ਰਿਸ਼ਤੇਦਾਰੀ ਵਿੱਚ ਵੀ। ਹਾਂਜੀ, ਅੱਗੇ ਸੰਗਤੀ ਕੁੜਮੀ ਵੇ ਮੁਖ ਰਣਾ ਨਾ ਮਿੜੈ। ਰਲਣਾ ਨਾ ਮਿਲੇ, ਰਲਿਆ ਨਹੀਂ ਜਾ ਰਿਹਾ, ਬੈਠਿਆ ਨਹੀਂ ਜਾ ਰਿਹਾ, ਲੰਘਿਆ ਨਹੀਂ ਜਾ ਰਿਹਾ ਕਿਤੇੋਂ। ਤਾਂ ਹੋਟੀ ਭਤੀਜੀ ਫੇਰ ਆਣ ਕਰ ਪਾਇਆ। ਵਹੁਟੀ ਨੇ ਭਤੀਜਿਆਂ ਨੇ ਫੜ ਕੇ ਲਿਆਣ ਕੇ ਘਰੇ ਮੰਜੇ ਤੇ ਲੰਮੇ ਪਾ ਲਿਆ ਵੀ ਬਾਪੂ ਹੁਣ ਜਿਹੜੀ ਕਰਤੂਤ ਤੂੰ ਕਰ ਲਈ ਇੱਥੇ ਲੰਮੇ ਪਿਆ ਰਹਿ, ਹੋਰ ਕੋਈ ਹੱਲ ਨਹੀਂ ਹੋਣਾ ਹੈਗਾ। ਫਿਰ ਆਣ ਘਰ ਪਾਇਆ, ਫਿਰ ਲਿਆਣ ਕੇ ਘਰੇ ਹੀ ਲੰਮੇ ਪਾ ਲਿਆ ਵੀ ਇੱਥੇ ਹੀ ਰਹਿ, ਹੁਣ ਬਾਹਰ ਜਿੰਨੀ ਥੂ ਥੂ ਹੋ ਰਹੀ ਆ, ਜਿਹੜੀ ਕਰਤੂਤ ਹੋ ਗਈ ਆ, ਜੋ ਮੂੰਹ ਤੇ ਕਾਲਖ ਮੜ ਲਈ ਆ, ਹੁਣ ਨਹੀਂ ਕੋਈ ਹੱਲ ਹੈਗਾ, ਇੱਥੇ ਹੀ ਰਹਿ ਬਸ। ਤੇ ਇਹ ਧਿਆਨ ਨਾਲ ਗੌਰ ਨਾਲ ਦੇਖਿਓ, ਸ਼ਬਦ ਵਰਤਿਆ ਸੰਗਤੀ, ਸੰਗਤਾਂ, ਜਾਨੀ ਜ਼ਿੰਮੇਵਾਰੀ ਸਾਡੇ ਤੇ ਵੀ ਆ ਗਈ ਨਾ। ਬਾਕੀ ਉਹਦੇ ਰਿਸ਼ਤੇਦਾਰ ਵੀ ਕਾਇਮ ਨਿਕਲੇ, ਜਿਨ੍ਹਾਂ ਨੇ ਤਕੜਿਆਂ ਹੋ ਕੇ ਕੁੜਮ ਨੂੰ ਲਾਹਣਤਾਂ ਪਾਈਆਂ ਵੀ ਇਹ ਕੀ ਕਰ ਰਹੇ ਆ, ਕੱਲਾ ਤੂੰ ਨਹੀਂ ਮਰਿਆ, ਸਾਰਾ ਕੁਛ ਆਲਾ ਦੁਆਲਾ ਆਪਣਾ ਸਾਰਾ ਹੀ ਮਰਵਾ ਲਿਆ। ਹਾਂਜੀ, ਫਲਤ ਤੂੰ ਮੈਂ ਗਏ ਆ ਲੋਕ ਪਰਲੋਕ ਹੀ ਗਵਾ ਲਿਆ। ਨਿਤ ਭੁੱਖਾ ਕੁਕੈ ਤਿਹਾਇਆ। ਭੁੱਖਾ ਧਿਆਇਆ, ਰੋਜ਼ ਕੂਕਦਾ ਆ, ਚੀਕਦਾ ਆ, ਕੌਣ ਬਾਤ ਪੁੱਛੇ, ਕੌਣ ਨੇੜੇ ਜਾਵੇ। ਇੱਕ ਤਾਂ ਮਾਨਸਿਕ ਤੌਰ ਤੇ ਵੀ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਕੀ ਕਰ ਬੈਠੇ ਆ, ਦੂਜਾ ਬਾਹਰੋਂ ਸਮਾਜਿਕ ਤੌਰ ਤੇ ਵੀ ਹਾਲਾਤ ਇਦਾਂ ਦੇ ਬਣ ਗਏ ਆ। ਪਰ ਆ ਜਿਹੜੇ ਲੋਕ ਸਾਡੇ ਆਲੇ ਦੁਆਲੇ ਇਦਾਂ ਦੇ ਕਿੰਨੇ ਢੀਠ ਨੇ, ਇਹਨਾਂ ਨੂੰ ਨਾ ਬਾਹਰੋਂ ਪੈਂਦੀਆਂ ਲਾਹਣਤਾਂ ਦਾ ਕੋਈ ਅਸਰ ਹੁੰਦਾ ਤੇ ਨਾ ਹੀ ਇਹਨਾਂ ਦਾ ਮਨ ਇਹਨਾਂ ਨੂੰ ਕੁਛ ਆਂਦਾ ਵੀ ਅਸੀਂ ਕਰੀਏ ਕੁਛ ਜਾਂ ਨਾ ਕਰੀਏ। ਇਹ ਕਾਹਦੇ ਬਣੇ ਨੇ? ਮੈਂ ਕਹਿੰਦਾ ਚਲੋ ਇਹਨੇ ਗਲਤੀ ਕੀਤੀ, ਇਹਨੂੰ ਮਿਲ ਵੀ ਗਿਆ, ਭੁਗਤ ਵੀ ਲਿਆ, ਪਰ ਫੇਰ ਵੀ ਆਖਰ ਇਹਨਾਂ ਨਾਲੋਂ ਮੈਨੂੰ ਲੱਗਦਾ ਵੀ ਚੰਗਾ ਸੀਗਾ। ਫੇਰ ਵੀ ਮਨੋਂ ਤਾਂ ਮਹਿਸੂਸ ਕਰਦਾ ਹੀ ਸੀ ਨਾ, ਪਰੇਸ਼ਾਨ ਤੇ ਹੋਇਆ ਹੀ ਨਾ। ਉਹਦੀਆਂ ਕੁੜਮਾਂ ਨੇ, ਰਿਸ਼ਤੇਦਾਰੀ ਨੇ ਵੀ ਚੰਗਾ ਪੱਖ ਵਿਖਾਇਆ, ਰੱਖ ਵਿਖਾਈ ਕਿ ਰਹਿ, ਹੁਣ ਨਿਬੜ ਗਿਆ ਕੰਮ। ਸੰਗਤਾਂ ਵੀ ਪੂਰੀਆਂ ਕਾਇਮ ਰਹੀਆਂ। ਤਾਂ ਇਹਦੇ ਚੋਂ ਜਿਹੜੀ ਚੀਜ਼ ਸਾਨੂੰ ਰੌਲਾ ਇਹ ਨਹੀਂ ਕਿ ਚੌਧਰੀ ਮਰਵਾਹੇ ਨੇ ਜਿਹੜੀ ਕਰਤੂਤ ਕੀਤੀ, ਗੁਰੂ ਅਮਰਦਾਸ ਨੇ ਕਹਿਤਾ ਕਿ ਵੇਖੋ ਇਹਦੀ ਬੇਇੱਜ਼ਤੀ ਹੋਈ ਨਾ। ਗੁਰੂ ਰਾਮਦਾਸ ਇਹ ਗੱਲ ਸਾਡੇ ਸਾਹਮਣੇ ਰੱਖ ਰਹੇ ਨੇ ਕਿ ਆਹ ਦੇਖੋ, ਇਹਦੇ 'ਚ ਇਹ ਜਜ਼ਬਾ ਸੰਗਤ ਵਿੱਚ ਵੀ ਆ, ਇਹ ਉਹਦੇ ਰਿਸ਼ਤੇਦਾਰਾਂ ਵਿੱਚ ਵੀ ਆ। ਗੁਰੂ ਦੀ ਕਿੰਨੀ ਵੱਡੀ ਵਡਿਆਈ ਹੈ ਕਿ ਉਹਨੂੰ ਆਂਚ ਨਹੀਂ ਆਉਂਦੀ, ਸਗੋਂ ਜਿਹੜਾ ਬੰਦਾ ਇਹ ਕਰ ਰਿਹਾ ਸੀ ਇਹਨੂੰ ਹੀ ਸਾਰੇ ਪਾਸਿਆਂ ਤੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਨਿਰਾਸ਼ ਹੋਇਆ, ਰੋਇਆ, ਕੂਕਿਆ ਤੇ ਭੁੱਖਾ ਧਿਆਇਆ ਰਿਹਾ। ਕਾਸ਼ ਕਿਤੇ ਅਸੀਂ ਇਸ ਤਰ੍ਹਾਂ ਦਾ ਸਿਰਜ ਲੈਂਦੇ, ਕਾਸ਼ ਕਿਤੇ ਅਸੀਂ ਇਸ ਤਰ੍ਹਾਂ ਸੋਚ ਲੈਂਦੇ। ਹਾਂਜੀ, ਧੰਨ ਧੰਨ ਸੁਆਮੀ ਕਿਰਪਾ ਪੁਰਖ ਹੈ, ਜਿਨ ਨਿਉ ਸੱਚ ਪਹਿ ਆਪ ਕਰਾਇਆ। ਕਰਤਾ ਪੁਰਖ ਦਾ ਹੀ ਧੰਨਵਾਦ ਹੈ। ਕਰਤਾ ਪੁਰਖ ਨੇ ਇਹ ਨਿਆਂ ਆਪ ਹੀ ਕਰਵਾ ਲਿਆ, ਉਹਨੇ ਹੀ ਮਿਹਰ ਕੀਤੀ, ਇਹ ਨਿਆਂ ਹੋ ਗਿਆ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸਾਚੈ ਮਾਰ ਰਚਾਇਆ। ਇਹ ਅੱਖਰ ਤਿਨ ਆਖਿਆ, ਜਿਨਾ ਜਗਤ ਸਭ ਉਪਾਇਆ।
महला चौथा। साहिब जिसका नंगा भुखा होवे, तिसदा नफर किथों रज खाए। ਜਿਹਦਾ ਮਾਲਕ ਆਪ ਨੰਗਾ ਭੁੱਖਾ ਹੋਵੇ ਉਹਦਾ ਨੌਕਰ ਰੱਜ ਕੇ ਕਿੱਥੋਂ ਖਾ ਸਕਦਾ? ਠੀਕ ਹੈ ਜੀ। ਸਾਹਿਬ ਜਿਸਕਾ ਨੰਗਾ ਭੁੱਖਾ ਹੋਵੇ, ਕੰਗਾਲ ਆ, ਤਿਸ ਦਾ ਨਫਰ, ਨਫਰ ਦਾ ਅਰਥ ਹੈ ਨੌਕਰ, ਸੇਵਾਦਾਰ, ਕਿੱਥੋਂ ਰੱਜ ਖਾਏ? ਕਿਵੇਂ ਰੱਜ ਕੇ ਖਾ ਸਕਦਾ ਹੈ? ਕਿਉਂਕਿ ਮਾਲਕ ਆਪ ਹੀ ਕੰਗਾਲ ਹੈ, ਮਾਲਕ ਦੇ ਆਪਣੇ ਹੱਥ ਵਾਸੀ ਕੁਛ ਨਹੀਂ। ਨੌਕਰ ਨੂੰ, ਸੇਵਾਦਾਰ ਨੂੰ ਕੀ ਮਿਲ ਸਕਦਾ ਹੈ? ਜੀ। जे साहिब कह कर वत होवे, सो नफर हथ आवे, अणहुंदी किथों पाए। ਜੇ ਸਾਹਿਬ ਦੇ ਘਰ, ਮਾਲਕ ਦੇ ਘਰ ਕੋਈ ਵੱਤ ਹੋਵੇ, ਵਸਤੂ ਹੋਵੇ, ਤੇ ਉਹ ਨਫਰ ਦੇ ਹੱਥ ਵੀ ਆਉਂਦੀ ਆ, ਉਹਨੂੰ ਵੀ ਮਿਲਦਾ ਹੈ। ਕਹਿੰਦੇ ਅਣਹੋਂਦੀ ਕਿੱਥੋਂ ਪਾਏ? ਜੇ ਹੈ ਹੀ ਨਹੀਂ ਤੇ ਨਫਰ ਨੂੰ ਵੀ ਕੀ ਮਿਲ ਜਾਏ, ਨੌਕਰ ਨੂੰ ਵੀ, ਸੇਵਾਦਾਰ ਨੂੰ ਵੀ ਕੀ ਮਿਲ ਜਾਏ? ਜਦੋਂ ਹੈ ਹੀ ਕੁਛ ਨਹੀਂ, ਅਣਹੋਂਦੀ ਹੈ ਹੀ ਅਣਹੋਂਦ ਹੈ ਹੀ ਕੱਖ ਨਹੀਂ, ਸੇਵਾਦਾਰ ਨੂੰ ਕੀ ਮਿਲ ਜਾਏ? ਜੀ। जिस दी सेवा कीती फिर लेखा मंगीए, सा सेवा औखी होई, नानक सेवा करो हर गुर सफल दर्शन की, फिर लेखा मंगना कोई। पौड़ी। नानक विचारे संत जाना, चार वेद कहांदे, भगत मुखे ते बोलदे, से बचन होवंदे। प्रगट पहारा जापदा, सब लोग सुनंदे, सुख न पायन मुग्ध नार, संत नाल कहांदे। होए लोचन पुना गुणे नो, होए अहंकार सड़ंदे। वे विचारे क्या करें, जा भाग दुर बंदे। जो मारे तेन पार ब्रह्म, से किसे न संदे। वैर करे निर्वैर नाल, धर्म न्याय पचंदे। जो जो संत शराबिया, से फिर पवंदे। पेड़ मडाहू कटिया, इस डाल सुकंदे। ਇਹ ਪੌੜੀ ਨੰਬਰ 12 ਹੈ ਜੀ। ਇਹ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸੇ ਵਾਰ ਵਿੱਚ ਅੱਗੇ ਪੌੜੀ ਨੰਬਰ 31 ਜਿਹੜੀ ਆ, ਜਿਵੇਂ ਆਪਾਂ ਆਰੰਭ 'ਚ ਗੱਲ ਕੀਤੀ ਸੀ, 27, 28, 29, 30 ਤੇ 31, ਇਹ 5 ਪੌੜੀਆਂ ਗੁਰੂ ਅਰਜਨ ਸਾਹਿਬ ਜੀ ਦੀਆਂ। ਜਿਹੜੀ 31 ਨੰਬਰ ਪੌੜੀ ਆ, ਸੇਮ ਇਹੋ ਹੀ ਪੌੜੀ ਗੁਰੂ ਰਾਮਦਾਸ ਜੀ ਵਾਲੀ ਗੁਰੂ ਅਰਜਨ ਸਾਹਿਬ ਨੇ ਵੀ ਉੱਥੇ ਥੋੜੇ ਜਿਹੇ ਉਚਾਰਨਾਂ ਦਾ ਫਰਕ ਪਾ ਕੇ ਇਹੋ ਹੀ ਪੌੜੀ ਉੱਥੇ ਵੀ ਵਰਤੀ ਹੋਈ ਹੈ। ਇਹ ਪੌੜੀ 2 ਵਾਰੀ ਗੌੜੀ ਕੀ ਵਾਰ ਵਿੱਚ, ਇੱਕ ਵਾਰੀ 12 ਨੰਬਰ ਤੇ ਹੈ, ਇੱਕ ਵਾਰੀ 31 ਨੰਬਰ ਤੇ ਹੈ। ਤਾਂ ਆਪਾਂ ਇਸ ਪਾਠ ਨੂੰ ਅੱਜ ਇੱਥੇ ਹੀ ਸਮਾਪਤ ਕਰਦੇ ਹਾਂ ਜੀ।